ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਚੱਲ ਰਹੇ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੀ ਅਗਲੀ ਜਿਹੜੀ ਕੜੀ ਦਰਸ਼ਨਾਂ ਦੀ ਹੈ, ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਜਿੱਥੇ ਭਾਈ ਠਾਕਰਾ ਜੀ ਉਹਨਾਂ ਦੇ ਘਰੋਂ ਵਾਲੀ ਜਾਂ ਹੋਰ ਕਈ ਪ੍ਰੇਮੀ ਸੇਵਾ ਕਰਦੇ ਹੁੰਦੇ ਸੀਗੇ, ਇਸ ਸੇਵਾ ਦੇ ਵਿੱਚ ਇੱਕ ਬੀਬੀ ਚੰਦ ਕੌਰ ਸੀਗੀ, ਇਹ ਵੀ ਮਹਾਂਪੁਰਖਾਂ ਦੀ ਸੇਵਾ ਕਰਦੀ ਸੀ ਅਤੇ ਇਹ ਪਾਣੀ ਦਾ ਘੜਾ ਲਿਆਉਂਦੀ ਹੁੰਦੀ ਸੀ। ਆ ਕੇ ਜਿੱਥੇ ਮਹਾਂਪੁਰਖ ਰਹਿੰਦੇ ਹੁੰਦੇ ਸੀ ਉੱਥੇ ਆਲੇ ਦੁਆਲੇ ਝਾੜੂ ਮਾਰ ਕੇ ਸਫਾਈ ਕਰ ਦਿੰਦੀ ਸੀ। ਇਸ ਤਰ੍ਹਾਂ ਇਹ ਵੀ ਬੜੇ ਪ੍ਰੇਮ ਨਾਲ ਸੇਵਾ ਕਰਦੇ ਸੀਗੇ। ਅਤੇ ਇੱਕ ਵਾਰ ਕੀ ਹੋਇਆ ਕਿ ਚੰਦ ਕੌਰ ਦੀ ਜਿਹੜੀ ਹੈ ਨਾ ਇੱਕ ਵੱਡੀ ਨੂੰਹ ਸੀ, ਉਹ ਵੱਡੀ ਨੂੰਹ ਜਦ ਸਵੇਰੇ ਉੱਠੀ ਨੇ ਉਹਨੇ ਕੀ ਦੇਖਿਆ, ਵਿਹੜੇ ਦੇ ਵਿੱਚ ਇੱਕ ਵੱਡੀ ਸਾਰੀ ਲੀਕ ਉਹਨੂੰ ਨਜ਼ਰ ਆਈ। ਜਦ ਉਹਨੂੰ ਲੀਕ ਨਜ਼ਰ ਆਈ, ਉਹਨੇ ਜਿਹੜੀ ਇਹ ਗੱਲ ਆਪਣੀ ਸੱਸ ਨੂੰ ਦੱਸੀ ਕਿ ਵਿਹੜੇ ਦੇ ਵਿੱਚ ਇੱਕ ਬਹੁਤ ਵੱਡੀ ਲੀਕ ਹੈਗੀ ਆ। ਅਤੇ ਫਿਰ ਸਾਰੇ ਲੋਕਾਂ ਨੂੰ ਜਦ ਪਤਾ ਲੱਗਾ, ਜਦ ਦੇਖਿਆ ਤਾਂ ਸਾਰੇ ਕਹਿਣ ਲੱਗੇ ਕਿ ਇਹ ਜਿਹੜੀ ਲੀਕ ਹੈਗੀ ਤੁਹਾਡੇ ਘਰ ਦੇ ਵਿੱਚ ਇੱਕ ਮੋਟੇ ਸੱਪ ਦੀ ਹੈਗੀ ਆ। ਪਰ ਉਹ ਸੱਪ ਜਿਹੜਾ ਸੀਗਾ ਉਹ ਰਾਤ ਨੂੰ ਜਿਹੜਾ ਸੀਗਾ ਉਹ ਵਿਹੜੇ 'ਚੋਂ ਨਿਕਲ ਜਾਂਦਾ ਸੀ, ਦਿਨੇ ਲੁਕ ਜਾਂਦਾ ਸੀ, ਨਜ਼ਰ ਨਹੀਂ ਸੀ ਆਉਂਦਾ। ਪਰ ਦੇਖੋ ਜਦ ਰੋਜ਼ ਰਾਤ ਨੂੰ ਜਿਹੜੀ ਉਹ ਲੀਕ ਜਿਹੜੀ ਸੱਪ ਪਾ ਜਾਂਦਾ ਸੀਗਾ, ਸਵੇਰੇ ਜਦ ਉਹ ਉੱਠਦੇ ਸੀਗੇ ਵਿਹੜੇ ਦੇ ਵਿੱਚ ਲੀਕ ਨਜ਼ਰ ਆਉਂਦੀ ਸੀਗੀ ਤਾਂ ਸਾਰੇ ਜਿਹੜੇ ਸੀ ਸੱਪ ਨੂੰ ਦੇਖਦੇ ਸੀਗੇ ਸੱਪ ਰਹਿੰਦਾ ਕਿੱਥੇ, ਕਿਉਂਕਿ ਇਹਨਾਂ ਦਾ ਕੱਚਾ ਘਰ ਸੀ। ਕੱਚੇ ਘਰ ਦੇ ਵਿੱਚ ਬਹੁਤ ਸਾਰੀਆਂ ਖੁੱਡਾਂ ਸੀਗੀਆਂ। ਉਹ ਸੱਪ ਜਿਹੜਾ ਕਿਸੇ ਨਾ ਕਿਸੇ ਖੁੱਡ ਦੇ ਵਿੱਚ ਜਿਹੜਾ ਲੁਕ ਜਾਂਦਾ ਸੀ, ਪਰ ਰਾਤ ਨੂੰ ਆਪਣੇ ਸ਼ਿਕਾਰ ਵਾਸਤੇ ਬਾਹਰ ਨਿਕਲਦਾ ਸੀਗਾ। ਇੱਕ ਦਿਨ ਜਿੱਦਣ ਜਿਹੜਾ ਸੱਪ ਸੀਗਾ ਉਹ ਨਿਕਲਿਆ ਅਤੇ ਇਹ ਜਿਹੜੀ ਚੰਦ ਕੌਰ ਸੀਗੀ ਇਹਦੇ ਉੱਤੇ ਉਹ ਸੱਪ ਨੇ ਹਮਲਾ ਕਰ ਦਿੱਤਾ। ਜਦ ਹਮਲਾ ਕੀਤਾ ਤਾਂ ਇਹ ਉਹਦੇ ਸੱਪ ਜਿਹੜੇ ਦੰਦ ਸੀ ਇਹ ਚੰਦ ਕੌਰ ਦੀ ਨੂੰਹ ਦੇ ਚੁੱਭ ਗਏ। ਜਦ ਚੰਦ ਕੌਰ ਦੀ ਨੂੰਹ ਦੇ ਦੰਦ ਚੁੰਬੇ ਆ ਅਤੇ ਉਸ ਨੇ ਚੀਕਾਂ ਮਾਰੀਆਂ, ਅਤੇ ਪਰ ਉਹ ਜਿਹੜਾ ਸੱਪ ਸੀਗਾ ਉਹਦੇ ਦੰਦ ਐਸੇ ਚੁੱਭੇ ਕਿ ਉਹ ਸੱਪ ਜਿਹੜਾ ਸੀਗਾ ਇਸ ਚੰਦ ਕੌਰ ਦੀ ਨੂੰਹ ਦੇ ਨਾਲ ਹੀ ਜਿਹੜਾ ਸੀਗਾ ਪੂਰੀ ਤਰ੍ਹਾਂ ਚੰਬੜ ਗਿਆ ਸੀਗਾ। ਫਿਰ ਇਸ ਦੀ ਨੂੰਹ ਨੇ ਜਿਹੜਾ ਸੀਗਾ ਸੱਪ ਨੂੰ ਜਿਹੜਾ ਸੀਗਾ ਉਹਦੇ ਬੜਾ ਖਿੱਚ ਕੇ ਆਪਣੇ ਨਾਲੋਂ ਤੋੜ ਕੇ ਬਾਹਰ ਸੱਟ ਕੇ ਜਿਹੜਾ ਸੀ ਉਹ ਮਾਰਿਆ ਸੀਗਾ। ਪਰ ਇਹਦੇ ਨਾਲ ਚੰਦ ਕੌਰ ਦੀ ਨੂੰਹ ਦੇ ਦਰਦ ਬਹੁਤ ਹੋਣ ਲੱਗੀ ਪਈ ਸੀ। ਜਦ ਦਰਦ ਬਹੁਤ ਹੋਣ ਲੱਗ ਪਈ, ਚੰਦ ਕੌਰ ਦੀ ਨੂੰਹ ਜ਼ਿਆਦਾ ਤੜਫਣ ਲੱਗੀ। ਫਿਰ ਉਸ ਟਾਈਮ ਫਿਰ ਜਿਹੜੀ ਬੀਬੀ ਸੀਗੀ ਚੰਦ ਕੌਰ, ਉਹ ਤੋਂ ਆਪਣੀ ਨੂੰਹ ਦੀ ਇਹ ਹਾਲਤ ਜਿਹੜੀ ਸੀ ਉਹ ਦੇਖੀ ਨਹੀਂ ਸੀ ਜਾਂਦੀ। ਅਤੇ ਫਿਰ ਬੀਬੀ ਚੰਦ ਕੌਰ ਨੇ ਉਸ ਟਾਈਮ ਕਹਿ ਦਿੱਤਾ ਕਿ ਜਲਦੀ ਕਰੋ, ਇਸ ਬੀਬੀ ਨੂੰ ਸੰਤਾਂ ਮਹਾਂਪੁਰਖਾਂ ਦੇ ਪਾਸ ਜਿਹੜੇ ਲੈ ਕੇ ਚੱਲੀਏ। ਜਦੋਂ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਦਾ ਨਾਂ ਲਿਆ, ਸਾਰੇ ਟੱਬਰ ਨੇ ਉਸੇ ਟਾਈਮ ਜਿਹੜੀ ਸੀ ਆਪਣੀ ਨੂੰਹ ਨੂੰ ਚੱਕਿਆ ਅਤੇ ਮਹਾਂਪੁਰਖਾਂ ਵੱਲ ਤੁਰ ਪਏ। ਜਦ ਤੁਰ ਪਏ ਤਾਂ ਜਾ ਕੇ ਬਾਬਾ ਜੀ ਦੇ ਨਾਲ ਗੱਲ ਕੀਤੀ, ਬੜੀ ਘਬਰਾਹਟ ਦੇ ਵਿੱਚ, ਕਾਹਲੀ ਵਿੱਚ, ਵੀ ਮੇਰੀ ਜਿਹੜੀ ਨੂੰਹ ਹੈਗੀ ਆ ਇਸ ਨੂੰ ਸੱਪ ਨੇ ਜਿਹੜਾ ਹੈਗਾ ਉਹ ਡੱਸ ਲਿਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਕਿ ਜਦੋਂ ਤੁਹਾਨੂੰ ਲੀਕ ਜਿਹੜੀ ਉਹ ਦਿਸਦੀ ਸੀ ਵਿਹੜੇ ਦੇ ਵਿੱਚ, ਤੁਸੀਂ ਉਦੋਂ ਗੱਲ ਕਰਨੀ ਸੀ। ਪਰ ਫਿਰ ਬੀਬੀ ਚੰਦ ਕੌਰ ਨੇ ਕਿਹਾ ਕਿ ਅਸੀਂ ਜਿਹੜੀ ਗੱਲ ਸੀ ਉਹ ਗਵਾਲ ਦਿੱਤੀ ਸੀਗੀ, ਪਰ ਹੁਣ ਜਦ ਸੱਪ ਲੜ ਗਿਆ ਹੈਗਾ, ਹੁਣ ਤੁਸੀਂ ਕਿਰਪਾ ਕਰੋ ਕਿਤੇ ਉਹੀ ਗੱਲ ਨਾ ਹੋਵੇ ਕਿ ਮੇਰੀ ਜਿਹੜੀ ਨੂੰਹ ਹੈਗੀ ਆ ਇਹ ਸਦਾ ਵਾਸਤੇ ਇੱਥੋਂ ਅਕਾਲ ਚੱਲਣਾ ਕਰ ਜਾਵੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਦੇਖੋ ਭਾਈ, ਜਦੋਂ ਤੁਸੀਂ ਮਨ 'ਚ ਫੁਰਨਾ ਬਣਾਇਆ ਸੀਗਾ ਕਿ ਤੁਸੀਂ ਸਾਡੇ ਵੱਲ ਆ ਰਹੇ ਆ, ਅਤੇ ਇਹਦਾ ਜ਼ਹਿਰ ਤਾਂ ਜਿਹੜਾ ਸੀਗਾ ਉਸੇ ਟਾਈਮ ਹੀ ਸਾਰਾ ਜਿਹੜਾ ਉਤਰ ਗਿਆ ਸੀਗਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਜਿਹੜੀ ਬੀਬੀ ਚੰਦ ਕੌਰ ਦੀ ਨੂੰਹ ਸੀ ਉੱਠ ਕੇ ਬੈਠ ਗਈ। ਮਹਾਂਪੁਰਖਾਂ ਦੀ ਗੱਲ ਸੁਣ ਕੇ ਉਹਨੂੰ ਹੌਸਲਾ ਹੋ ਗਿਆ। ਤਾਂ ਫਿਰ ਮਹਾਂਪੁਰਖ ਨੂੰ ਕਹਿਣ ਲੱਗੀ ਕਿ ਬਾਬਾ ਜੀ ਵਾਕਈ ਤੁਹਾਡੀ ਗੱਲ ਸਹੀ ਆ, ਮੈਨੂੰ ਤਾਂ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੇਰੇ ਕਦੇ ਸੱਪ ਲੜਿਆ ਹੀ ਨਹੀਂ ਹੈ, ਤੁਸੀਂ ਮੇਰੇ 'ਤੇ ਐਸੀ ਕਿਰਪਾ ਕੀਤੀ ਹੈ। ਅਤੇ ਜਦ ਉਸ ਤੋਂ ਬਾਅਦ ਫਿਰ ਚੰਦ ਕੌਰ ਦੀ ਨੂੰਹ ਕਹਿਣ ਲੱਗੀ, ਬਾਬਾ ਜੀ ਹੁਣ ਤਾਂ ਮੈਂ ਠੀਕ ਹੋ ਗਈ ਹਾਂ ਤੁਹਾਡੇ ਦਰਸ਼ਨ ਕਰਨ ਦੇ ਨਾਲ ਹੀ, ਪਰ ਮੈਨੂੰ ਉਹ ਸੱਪ ਤੋਂ ਡਰ ਬੜਾ ਲੱਗਦਾ ਹੈਗਾ। ਅਗਰ ਉਹ ਸੱਪ ਘਰ ਦੇ ਵਿੱਚ ਰਹਿਣ ਲੱਗ ਪਿਆ ਤਾਂ ਫਿਰ ਉਹ ਕਦੀ ਵੀ ਦੁਬਾਰਾ ਹਮਲਾ ਕਰ ਸਕਦਾ ਹੈ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਵੀ ਤੂੰ ਇਸ ਤਰ੍ਹਾਂ ਕਰ, ਉਸ ਸੱਪ ਤੋਂ ਡਰਨ ਦੀ ਲੋੜ ਨਹੀਂ ਗੀ, ਜੇ ਤੂੰ ਕਹੇ ਤਾਂ ਆਪਾਂ ਉਹ ਸੱਪ ਨੂੰ ਇੱਥੇ ਹੀ ਬੁਲਾ ਲੈਂਦੇ ਹਾਂ। ਜਦ ਇੰਨੀ ਗੱਲ ਹੋਈ ਫਿਰ ਚੰਦ ਕੌਰ ਅਤੇ ਚੰਦ ਕੌਰ ਦੀ ਨੂੰਹ ਜਿਹੜੀਆਂ ਬੜੀਆਂ ਹੈਰਾਨ ਹੋਈਆਂ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਵੀ ਜਦੋਂ ਅਸੀਂ ਸੱਪ ਇੱਥੇ ਬੁਲਾ ਲਈਏ, ਸੱਦ ਲਈਏ, ਅਤੇ ਕੀ ਤੁਸੀਂ ਉਹਨੂੰ ਪਛਾਣ ਸਕਦੇ ਹਾਂ? ਅਤੇ ਫਿਰ ਚੰਦ ਕੌਰ ਦੀ ਨੂੰਹ ਕਹਿਣ ਲੱਗੀ, ਕਹਿੰਦੀ ਕਿਉਂ ਨਹੀਂ ਜੀ ਬਾਬਾ ਜੀ, ਮੈਂ ਤਾਂ ਉਹਨੂੰ ਹੱਥ ਦੇ ਨਾਲ ਜਿਹੜਾ ਹੈਗਾ ਉਹ ਚੁੱਬੜੇ ਨੂੰ ਬੜੇ ਜ਼ੋਰ ਦੇ ਨਾਲ ਲਾ ਕੇ ਪਰੇ ਮਾਰਿਆ ਸੀਗਾ, ਮੈਂ ਤਾਂ ਉਹਨੂੰ ਝੱਟ ਪਛਾਣ ਲੂਗੀ। ਬਾਬਾ ਜੀ ਕਹਿਣ ਲੱਗੇ ਚੱਲ ਠੀਕ ਹੈ, ਤਦ ਤੱਕ ਤੁਸੀਂ ਸੇਵਾ ਕਰੋ। ਦੇਖੋ ਚੰਦ ਕੌਰ ਅਤੇ ਚੰਦ ਕੌਰ ਦੀ ਨੂੰਹ ਜਦ ਪਾਣੀ ਲੈ ਕੇ ਵਾਪਸ ਆਈਆਂ ਅਤੇ ਬਾਬਾ ਜੀ ਦੇ ਕੋਲ ਜਦ ਪਹੁੰਚਿਆ, ਜਦ ਘੜਾ ਰੱਖਿਆ ਤਾਂ ਬਾਬਾ ਜੀ ਕਹਿਣ ਲੱਗੇ ਸਾਹਮਣੇ ਉਹ ਦੇਖੋ ਕੀ ਆ। ਜਦ ਦੇਖਿਆ ਤਾਂ ਚੰਦ ਕੌਰ ਦੀ ਨੂੰਹ ਨੇ ਦੇਖਿਆ ਉਹ ਜਿਹੜਾ ਸੱਪ ਸੀਗਾ ਉਹ ਸਾਹਮਣੇ ਖੜਾ ਜਿਹੜਾ ਸੀਗਾ ਉਹ ਬਾਬਾ ਜੀ ਵੱਲ ਅਤੇ ਚੰਦ ਕੌਰ ਦੀ ਨੂੰਹ ਵੱਲ ਦੇਖ ਰਿਹਾ ਸੀ। ਬਾਬਾ ਜੀ ਕਹਿਣ ਲੱਗੇ ਵੀ ਕਹਿੰਦੇ ਪਛਾਣ ਕਰੋ, ਇਹੋ ਹੀ ਸੱਪ ਆ। ਜਦ ਇੰਨੀ ਗੱਲ ਚੰਦ ਕੌਰ ਦੀ ਨੂੰਹ ਕਹਿਣ ਲੱਗੀ ਹਾਂ ਬਾਬਾ ਜੀ ਇਹੋ ਹੀ ਸੱਪ ਹੈਗਾ। ਅਤੇ ਬਾਬਾ ਜੀ ਕਹਿਣ ਲੱਗੇ ਬਸ
ਹੁਣ ਇਹ ਸੱਪ ਤੁਹਾਡੇ ਘਰ ਕਦੇ ਨਹੀਂ ਆਏਗਾ, ਤੁਸੀਂ ਬੇਖੌਫ ਹੋ ਕੇ ਆਪਣੇ ਘਰ ਦਾ ਕੰਮਕਾਰ ਕਰੋ। ਇਹ ਹੁਣ ਸੱਪ ਜਿਹੜਾ ਹੈ ਨਾ ਉਹ ਤੁਹਾਡੇ ਘਰ ਦੇ ਵਿੱਚੋਂ ਨਿਕਲ ਕੇ ਜਿਹੜਾ ਹੁਣ ਬਾਹਰਲੇ ਪਾਸੇ ਅਸੀਂ ਭੇਜ ਦਿੱਤਾ ਹੈਗਾ। ਸੋ ਇਹ ਹੈ ਨਾ ਸੇਵਾ ਦਾ ਮੇਵਾ ਹੈਗੀ। ਇਹ ਜਿਹੜੀ ਵਾਰਦਾਤਾ ਸੀਗੀ ਇਹ ਸੰਤ ਝੰਡਾ ਸਿੰਘ ਹੁਣਾਂ ਨੇ ਸੁਣਾਈ ਸੀ। ਉਸ ਤੋਂ ਬਾਅਦ ਸੰਤ ਝੰਡਾ ਸਿੰਘ ਹੁਣਾਂ ਨੇ ਇੱਕ ਹੋਰ ਜਿਹੜੀ ਦੁਰਲੱਭ ਗੱਲਬਾਤ ਸੀਗੀ ਉਹ ਇਹ ਵੀ ਦੱਸੀ ਸੀ ਕਿ ਇੱਕ ਨਾ ਭਾਈ ਅਤਰ ਸਿੰਘ ਜੀ ਹੋਏ ਆ। ਇਹ ਜਿਹੜੇ ਭਾਈ ਅਤਰ ਸਿੰਘ ਹੁੰਦੇ ਸੀਗੇ ਇਹ ਹੈ ਨਾ ਸੰਤ ਬਹਾਲ ਦਾਸ ਜੀ ਦੇ ਉਹਨਾਂ ਦੇ ਨਾਲ ਸੰਤ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਮਦਦ ਕਰਦੇ ਹੁੰਦੇ ਸੀ। ਕਿਤੇ ਕਿਤੇ ਪਾਣੀ ਵੀ ਲੈ ਕੇ ਹੁੰਦੇ ਸੀ, ਝਾੜੂ ਵੀ ਦੇਂਦੇ ਹੁੰਦੇ ਸੀ, ਕਿਤੇ ਟਾਈਮ ਮਹਾਂਪੁਰਖਾਂ ਨੂੰ ਇਸ਼ਨਾਨ ਵੀ ਹੱਥੀਂ ਕਰਾਉਂਦੇ ਹੁੰਦੇ ਸੀ। ਅਤੇ ਇਹ ਭਾਈ ਅਤਰ ਸਿੰਘ ਜੀ ਦੇ 2 ਲੜਕੇ ਸੀਗੇ। ਵੱਡੇ ਦਾ ਨਾਂ ਜਿਹੜਾ ਕਾਕੜ ਸਿੰਘ ਸੀਗਾ ਅਤੇ ਛੋਟੇ ਦਾ ਨਾਂ ਸੀ ਗੁਰਦਿੱਤ ਸਿੰਘ। ਇਹ ਜਿਹੜਾ ਗੁਰਦਿੱਤ ਸਿੰਘ ਸੀ ਇਹਦੀ ਉਮਰ ਉਦੋਂ ਤਕਰੀਬਨ 12 ਸਾਲ ਦੀ ਸੀਗੀ ਅਤੇ ਇਹ ਹਨ ਪਸ਼ੂ ਚਾਰਨ ਆਉਂਦਾ ਹੁੰਦਾ ਸੀ। ਇੱਕ ਵਾਰ ਜਦ ਪਸ਼ੂ ਲੈ ਕੇ ਨਾ ਬਾਬਾ ਜੀ ਜਿੱਧਰ ਰਹਿੰਦੇ ਸੀ ਜਦ ਉੱਧਰ ਆਇਆ ਅਤੇ ਇਹ ਵੀ ਹੈ ਨਾ ਬਾਕੀ ਲੜਕਿਆਂ ਦੇ ਨਾਲ ਜਦ ਮੱਥਾ ਟੇਕ ਕੇ ਬੈਠਾ ਅਤੇ ਬਾਬਾ ਜੀ ਨੇ ਇਹਨੂੰ ਕਹਿਣ ਲੱਗੇ, ਕਹਿੰਦੇ ਹਾਂ ਬਾਦਸ਼ਾਹ ਹੋਰ ਸੁਣਾ ਕੀ ਹਾਲ ਹੈ। ਜਦ ਗੁਰਦਿੱਤ ਸਿੰਘ ਨੇ ਆਪਣਾ ਨਾਮ ਮਹਾਂਪੁਰਖਾਂ ਦੇ ਮੁਖ ਤੋਂ ਸੁਣਿਆ ਕਿ ਸਾਨੂੰ ਮਹਾਂਪੁਰਖਾਂ ਨੇ ਬਾਦਸ਼ਾਹ ਆਖਿਆ ਹੈਗਾ ਅਤੇ ਫਿਰ ਗੁਰਦਿੱਤ ਸਿੰਘ ਦੇ ਮਨ ਦੇ ਵਿੱਚ ਬੜੀ ਇਸ ਗੱਲ ਦੀ ਹੈਰਾਨੀ ਹੋਈ ਕਿ ਮਹਾਂਪੁਰਖ ਮੈਨੂੰ ਬਾਦਸ਼ਾਹ ਕਹਿੰਦੇ ਆ। ਉਹਨੇ ਜਾ ਕੇ ਆਪਣੇ ਪਿਤਾ ਅਤਰ ਸਿੰਘ ਹੁਣਾਂ ਨੂੰ ਦੱਸਿਆ ਕਿ ਅੱਜ ਮਹਾਂਪੁਰਖਾਂ ਨੇ ਮੈਨੂੰ ਬਾਦਸ਼ਾਹ ਕਹਿ ਕੇ ਆਵਾਜ਼ ਮਾਰੀ ਆ। ਖੈਰ ਜਦੋਂ ਭਾਈ ਅਤਰ ਸਿੰਘ ਹੁਣੀ ਸੇਵਾ 'ਤੇ ਆਏ ਉਹਨਾਂ ਨੇ ਮਹਾਂਪੁਰਖਾਂ ਨੂੰ ਦੱਸਿਆ ਕਿ ਮੇਰਾ ਲੜਕਾ ਗੁਰਦਿੱਤ ਨੇ ਤੋਂ ਅਸੀਂ ਬਾਦਸ਼ਾਹ ਕਦੇ ਕਿਹਾ ਹੈਗਾ। ਅਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਤੇਰਾ ਲੜਕਾ ਗੁਰਦਿੱਤਾ ਪਿਛਲੇ ਜਨਮ ਦੇ ਵਿੱਚ ਰਾਜਾ ਸੀਗਾ, ਬਾਦਸ਼ਾਹ ਸੀਗਾ, ਤਦ ਅਸੀਂ ਉਹਨੂੰ ਬਾਦਸ਼ਾਹ ਕਿਹਾ ਹੈਗਾ। ਇਹ ਸੁਣ ਕੇ ਅਤਰ ਸਿੰਘ ਤਾਂ ਚੁੱਪ ਕਰ ਗਿਆ। ਪਰ ਜਦੋਂ ਅਤਰ ਸਿੰਘ ਨੇ ਜਿਹੜੇ ਆਪਣੇ ਲੜਕੇ ਨੂੰ ਦੱਸਿਆ ਤਾਂ ਉਹ ਲੜਕਾ ਮਨ 'ਚ ਸੋਚੇ ਕਿ ਹੈ ਪਿਛਲੇ ਜਨਮ 'ਚ ਮੈਂ ਬਾਦਸ਼ਾਹ ਸੀਗਾ। ਉਹ ਫਿਰ ਜਦ ਪਸ਼ੂ ਚਾਰਨ ਆਇਆ ਅਤੇ ਬਾਬਾ ਜੀ ਨੂੰ ਆ ਕੇ ਕਹਿਣ ਲੱਗਾ, ਬਾਬਾ ਜੀ ਤੁਸੀਂ ਮੇਰੇ ਪਿਤਾ ਜੀ ਨੂੰ ਆਖਿਆ ਕਿ ਪਿਛਲੇ ਜਨਮ 'ਚ ਮੈਂ ਬਾਦਸ਼ਾਹ ਸੀਗਾ। ਬਾਬਾ ਜੀ ਕਹਿਣ ਲੱਗੇ, ਹਾਂ ਤੂੰ ਪਿਛਲੇ ਜਨਮ 'ਚ ਬਾਦਸ਼ਾਹ ਸੀ। ਉਹ ਕਹਿੰਦਾ ਮੈਂ ਕਿਵੇਂ ਮੰਨਾਂ ਕਿ ਮੈਂ ਪਿਛਲੇ ਜਨਮ 'ਚ ਬਾਦਸ਼ਾਹ ਸੀ। ਬਾਬਾ ਜੀ ਕਹਿਣ ਲੱਗੇ, ਅੱਛਾ ਜੇ ਤੈਨੂੰ ਯਕੀਨ ਨਹੀਂ ਆਉਂਦਾ ਫਿਰ ਤੂੰ ਦੇਖਣਾ ਚਾਹੁੰਦਾ। ਕਹਿੰਦਾ ਹਾਂ ਬਾਬਾ ਜੀ ਮੈਂ ਦੇਖਣਾ ਚਾਹੁੰਦਾ। ਬਾਬਾ ਜੀ ਕਹਿੰਦੇ ਚੱਲ ਆ ਜਾ ਫਿਰ ਤੈਨੂੰ ਦਿਖਾ ਦਿੰਦੇ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਨੇ ਉੱਥੇ ਇੱਕ ਸੋਟੇ ਦੇ ਨਾਲ ਲੀਕ ਖਿੱਚ ਦਿੱਤੀ। ਲੀਕ ਖਿੱਚ ਕੇ ਕਹਿੰਦੇ ਲੈ ਵੀ ਬਾਦਸ਼ਾਹ ਤੂੰ ਹੁਣ ਲੀਕ ਦੇ ਉੱਤੇ ਬੈਠ ਜਾ। ਜਦ ਉਹ ਗੁਰਦਿੱਤ ਸਿੰਘ ਲੀਕ 'ਤੇ ਬੈਠਾ ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਵੀ ਇੱਦਾਂ ਕਰ ਤੂੰ ਹੁਣ ਅੱਖਾਂ ਬੰਦ ਕਰਕੇ ਨਾ ਫਿਰ ਅੱਖਾਂ ਖੋਲ੍ਹ ਤੇ ਸਾਹਮਣੇ ਦੇਖ। ਜਦ ਇੰਨੀ ਗੱਲ ਹੋਈ ਅਤੇ ਜਦੋਂ ਗੁਰਦਿੱਤ ਸਿੰਘ ਨੇ ਅੱਖਾਂ ਬੰਦ ਕਰਕੇ ਅੱਖਾਂ ਖੋਲ੍ਹੀਆਂ ਅਤੇ ਕੀ ਦੇਖਿਆ, ਕਈ ਜਿਹੜੀਆਂ ਬਹੁਤ ਸਾਰੇ ਜਿਹੜੇ ਸੈਨਿਕ ਸੀਗੇ ਆਪਣੀਆਂ ਵਰਦੀਆਂ ਦੇ ਵਿੱਚ ਹੱਥਾਂ ਦੇ ਵਿੱਚ ਵਰਸ਼ੇ ਲਏ ਹੋਏ ਗੁਰਦਿੱਤ ਸਿੰਘ ਵੱਲ ਨੂੰ ਵੱਧਦੇ ਆ ਰਹੇ ਸੀ। ਜਦ ਵੱਧਦੇ ਆ ਰਹੇ ਅਤੇ ਗੁਰਦਿੱਤ ਸਿੰਘ ਇਹ ਸੀਨ ਦੇਖ ਕੇ ਪੂਰੀ ਤਰ੍ਹਾਂ ਡਰ ਗਿਆ ਤਾਂ ਬਾਬਾ ਜੀ ਨੂੰ ਕਹਿਣ ਲੱਗਾ, ਬਾਬਾ ਜੀ ਮੈਨੂੰ ਬਚਾਓ ਬਚਾਓ, ਮੈਨੂੰ ਮਾਰਨ ਵਾਸਤੇ ਆ ਰਹੇ ਆ। ਅਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਉਹ ਤੈਨੂੰ ਮਾਰਨ ਵਾਸਤੇ ਨਹੀਂ ਆ ਰਹੇ, ਉਹ ਤੇਰੇ ਪਿਛਲੇ ਜਨਮ ਦੇ ਸੈਨਿਕ ਹੈਗੇ ਆ, ਉਹ ਤੈਨੂੰ ਸਲਾਮ ਸਲੂਟ ਕਰਨ ਵਾਸਤੇ ਆ ਰਿਹਾ, ਤੈਨੂੰ ਸਜਦਾ ਕਰਨ ਵਾਸਤੇ ਆ ਰਿਹਾ। ਜਦ ਇਹ ਜਿਹੜੀ ਗੱਲ ਸੀ ਇਹ ਗੁਰਦਿੱਤ ਸਿੰਘ ਨੇ ਸੁਣੀ ਅਤੇ ਬਾਬਾ ਜੀ ਨੂੰ ਕਹਿਣ ਲੱਗਾ, ਬਾਬਾ ਜੀ ਵੀ ਮੈਂ ਇਹ ਨਹੀਂ ਦੇਖ ਸਕਦਾ, ਇਹ ਮੈਂ ਜਿਹੜੀ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈਗਾ। ਜਦ ਇਹਨੇ ਬਾਬਾ ਜੀ ਕਹਿਣ ਲੱਗੇ ਹੱਸ ਕੇ, ਚੱਲ ਫਿਰ ਇਸ ਤਰ੍ਹਾਂ ਕਰ ਕਿ ਤੂੰ ਹੈ ਨਾ ਅੱਖਾਂ ਬੰਦ ਕਰਕੇ ਦੁਬਾਰਾ ਖੋਲ੍ਹ। ਜਦੋਂ ਉਹਨੇ ਅੱਖਾਂ ਬੰਦ ਕਰਕੇ ਦੁਬਾਰਾ ਖੋਲ੍ਹੀਆਂ ਤਾਂ ਉਹ ਜਿਹੜਾ ਸਾਰਾ ਸੀਨ ਸੀਗਾ ਯਕਦਮ ਗਾਇਬ ਹੋ ਗਿਆ ਮੋਹਰਿਓਂ। ਜਦ ਗਾਇਬ ਹੋ ਗਿਆ ਪਰ ਹੁਣ ਗੁਰਦਿੱਤ ਸਿੰਘ ਅੱਖਾਂ ਬੰਦ ਕਰਕੇ ਆਲਾ ਦੁਆਲਾ ਦੇਖਦਾ, ਬਾਹਰ ਦਾ ਕੋਈ ਦਿਖਾਈ ਨਹੀਂ ਦਿੱਤਾ। ਲੇਕਿਨ ਇਹ ਮਹਾਂਪੁਰਖਾਂ ਦੀ ਆਪਣੀ ਯੋਗ ਵਿੱਦਿਆ ਸੀਗੀ ਜਿਨ੍ਹਾਂ ਦੇ ਨਾਲ ਉਹਨੂੰ ਪਿਛਲੇ ਜਨਮ ਦਾ ਸਾਰਾ ਉਹਦੀ ਸੈਨਾ ਪਰਜਾ ਜੋ ਵੀ ਸਾਰਾ ਕੁਛ ਸੀਗਾ ਉਹ ਸੀਨ ਇਹਦੇ ਸਾਹਮਣੇ ਜਿਹੜਾ ਸੀ ਪ੍ਰਗਟ ਕਰਕੇ ਦਿਖਾ ਦਿੱਤਾ। ਪਰ ਉਹ ਗੁਰਦਿੱਤ ਸਿੰਘ ਬੱਚਾ ਸੀ, 12 ਸਾਲ ਦਾ ਸੀਗਾ। ਉਹਦੇ ਮਨ ਦੇ ਵਿੱਚ ਨਾ ਦਿਮਾਗ ਦੇ ਵਿੱਚ ਵਹਿਮ ਬਹਿ ਗਿਆ। ਜਦ ਵਹਿਮ ਬਹਿ ਗਿਆ ਅਤੇ ਜਦ ਉਹ ਘਰ ਗਿਆ ਅਤੇ ਇਸੇ ਹੀ ਡਰ ਦੇ ਨਾਲ ਉਹਨੂੰ ਬੁਖਾਰ ਚੜ੍ਹ ਗਿਆ। ਉਸ ਤੋਂ ਬਾਅਦ ਉਹਨੇ ਆਪਣੇ ਪਿਤਾ ਅਤਰ ਸਿੰਘ ਨੂੰ ਇਹ ਗੱਲ ਦੱਸ ਦਿੱਤੀ ਕਿ ਬਾਬਾ ਜੀ ਨੇ ਅੱਜ ਜਿਹੜੀ ਸੀ ਆਹ ਗੱਲ ਮੈਨੂੰ ਦਿਖਾਲੀ ਆ। ਜਦ ਇੰਨੀ ਗੱਲ ਹੋਈ ਤਾਂ ਅਤਰ ਸਿੰਘ ਕਹਿਣ ਲੱਗਾ ਕਿ ਇਹ ਸੰਤਾਂ ਨੇ ਮੇਰੇ ਮੁੰਡੇ ਨੂੰ ਜਿਹੜਾ ਅੱਜ ਡਰਾ ਕੇ ਰੱਖ ਦਿੱਤਾ ਹੈਗਾ। ਅਗਰ ਮੇਰੇ ਮੁੰਡੇ ਨੂੰ ਕੁਛ ਹੋ ਗਿਆ ਨਾ ਤਾਂ ਫਿਰ ਮੈਂ ਸੰਤਾਂ ਉੱਤੇ ਦਾਅਵਾ ਕਰ ਦੂੰਗਾ। ਜਦ ਇੰਨੀ ਗੱਲ ਕਹੀ ਆ ਅਤੇ ਇਹ ਗੱਲ ਜਿਹੜੀ ਸੀ ਇਹ ਸੰਤ ਬਿਹਾਲ ਸਿੰਘ ਹੁਣਾਂ ਤੱਕ ਪਹੁੰਚੀ। ਜਦ ਸੰਤ ਬਿਹਾਲ ਸਿੰਘ ਪਹੁੰਚੀ ਉਹਨਾਂ ਨੇ ਆ ਕੇ ਸੰਤ ਮਹਾਂਪੁਰਖ ਬਾਬਾ ਮਹਾਰਾਮ ਸਿੰਘ ਹੁਣਾਂ ਨੂੰ ਕਹਿ ਦਿੱਤਾ ਕਿ ਅਤਰ ਸਿੰਘ ਕਹਿੰਦਾ ਹੈਗਾ ਕਿ ਮੇਰੇ ਲੜਕੇ ਨੂੰ ਸੰਤਾਂ ਨੇ ਡਰਾਤਾ ਹੈਗਾ ਅਤੇ ਅਗਰ ਮੇਰੇ ਲੜਕੇ ਨੂੰ ਕੁਛ ਹੋ ਗਿਆ ਤਾਂ ਮੈਂ ਸੰਤਾਂ 'ਤੇ ਦਾਅਵਾ ਕਰ ਦੂੰਗਾ। ਜਦ ਇੰਨੀ ਗੱਲ ਹੋਈ ਤਾਂ ਸੰਤ ਫਿਰ ਜਿਹੜੇ ਹੱਸ ਕੇ ਬਿਹਾਲ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਭਾਈ ਤੂੰ ਇੱਦਾਂ ਕਰ, ਤੂੰ ਜਾ ਕੇ ਅਤਰ ਸਿੰਘ ਨੂੰ ਸੁਨੇਹਾ ਦੇ ਦਿੱਤਾ ਵੀ ਤੂੰ ਸਰਕਾਰੀ ਦਰਬਾਰੇ ਦਾਅਵਾ ਅਤੇ ਵਿਆਹ ਦੇ ਵਿੱਚ ਕਰੀ, ਪਹਿਲਾਂ ਆਪਣੇ ਮੁੰਡੇ ਦੇ ਜਿਹੜਾ ਗਲ 'ਚ ਵਿੱਚ ਅਸੀਂ ਪਾਇਆ ਤਵੀਤ ਉਹ ਸਾਡਾ ਵਾਪਸ ਕਰ ਦੇ। ਜਦ ਇੰਨੀ ਗੱਲ ਹੋਈ ਤਾਂ ਸੰਤ ਬਿਹਾਲ ਦਾਸ ਜੀ ਚਲੇ ਗਏ। ਉਹਨਾਂ ਨੇ ਜਾ ਕੇ ਅਤਰ ਸਿੰਘ ਨੂੰ ਦੱਸਿਆ। ਜਦ ਅਤਰ ਸਿੰਘ ਨੂੰ ਦੱਸਿਆ ਤਾਂ ਅਤਰ ਸਿੰਘ ਸੋਚੀ ਪੈ ਗਿਆ ਵੀ ਸੰਤ ਨੇ ਮੇਰੇ ਲੜਕੇ ਦੇ ਗਲ 'ਚ ਕਿਹੜਾ ਤਵੀਤ ਪਾਇਆ ਹੈ।
ਜਦ ਆਪਣੇ ਲੜ ਕੇ ਅਤਰ ਸਿੰਘ ਵੱਲ ਦੇਖਿਆ ਤਾਂ ਫਿਰ ਜਿਹੜਾ ਸੀਗਾ ਉਹਨੂੰ ਕੋਈ ਤਬੀਤ ਨਜ਼ਰ ਨਾ ਆਵੇ। ਜਦ ਨਜ਼ਰ ਨਾ ਆਵੇ ਤਾਂ ਸੋਚੀ ਪੈ ਗਿਆ ਵੀ ਇਹੋ ਜਿਹਾ ਕਿਹੜਾ ਤਬੀਤ ਹੈਗਾ। ਤਾਂ ਉਹਨੇ ਫਿਰ ਆਪਣੇ ਲੜਕੇ ਨੂੰ ਪੁੱਛਿਆ ਕਿ ਤੈਨੂੰ ਸੰਤਾਂ ਨੇ ਕੋਈ ਤਬੀਤ ਵੀ ਦਿੱਤਾ ਹੈਗਾ। ਤਾਂ ਉਹਦਾ ਲੜਕਾ ਗੁਰਦੇਸੂ ਕਹਿਣ ਲੱਗਾ ਕਿ ਮੈਨੂੰ ਤਾਂ ਸੰਤਾਂ ਨੇ ਕੋਈ ਤਬੀਤ ਨਹੀਂ ਦਿੱਤਾ, ਉਹਨੂੰ ਤਾਂ ਮੈਨੂੰ ਉਹ ਦਿਖਾ ਲਿਆ ਸੀਗਾ ਵੀ ਆਹ ਦੇਖ ਤੇਰੇ ਸੈਨ ਕਿਸ ਤਰ੍ਹਾਂ ਆਉਂਦੇ ਆ, ਅਤੇ ਉਹਨਾਂ ਦੇ ਹੱਥਾਂ ਦੇ ਬਰਛ ਦੇਖ ਕੇ ਜਿਹੜੇ ਸੀਗੇ ਮੇਰੀਆਂ ਚੀਕਾਂ ਨਿਕਲ ਗਈਆਂ ਸੀਗੀਆਂ। ਜਦ ਇੰਨੀ ਗੱਲ ਹੋਈ ਆ ਤਾਂ ਸੰਤ ਬਹਾਲ ਦਾਸ ਜਿਹੜੇ ਸੀਗੇ ਉਹ ਉੱਤ ਚੁੱਪ ਕਰਕੇ ਆ ਗਏ, ਪਰ ਉਹਨੇ ਆ ਕੇ ਬਾਬਾ ਜੀ ਨੂੰ ਦੱਸ ਦਿੱਤਾ ਕਿ ਅਤਰ ਸਿੰਘ ਜਿਹੜਾ ਹੈਗਾ ਉਹ ਮਨ ਦੇ ਵਿੱਚ ਬਹੁਤ ਜ਼ਿਆਦਾ ਫਿਕਰਮੰਦ ਆਪਣੇ ਬੱਚੇ ਵਾਸਤੇ, ਇਸ ਕਰਕੇ ਉਹ ਸੇਵਾ ਦੇ ਵਿੱਚ ਵੀ ਜਿਹੜਾ ਹੁਣ ਕੰਨੀ ਕਤਰਾਉਣ ਲੱਗ ਪਿਆ ਹੈਗਾ। ਅਤੇ ਬਾਬਾ ਜੀ ਕਹਿਣ ਲੱਗੇ ਚੱਲ ਇਸ ਤਰ੍ਹਾਂ ਕਰ ਕਿ ਤੂੰ ਇਸ ਘੜੇ ਦੇ ਵਿੱਚ ਥੋੜ੍ਹਾ ਜਲ ਲੈ ਕੇ ਉਹਦੇ ਲੜਕੇ ਦੇ ਉੱਤੇ ਛਿੱਟਾ ਮਾਰ ਦੇ। ਦੇਖੋ ਜਦੋਂ ਸੰਤ ਬਿਹਾਲ ਦਾਸ ਜੀ ਗਏ ਆ ਜਲ ਲੈ ਕੇ, ਤੇ ਉਹਨਾਂ ਨੇ ਜਾ ਕੇ ਸਰਦਾਰ ਅਤਰ ਸਿੰਘ ਦੇ ਲੜਕੇ ਦੇ ਜਦ ਛਿੱਟਾ ਮਾਰਿਆ ਤਾਂ ਉਹਦਾ ਬੁਖਾਰ ਜਿਹੜਾ ਸੀ ਪੂਰੀ ਤਰ੍ਹਾਂ ਟੁੱਟ ਗਿਆ, ਉਹ ਨਿਰਭਉ ਹੋ ਗਿਆ, ਡਰ ਤੋਂ ਰਹਿਤ ਹੋ ਗਿਆ। ਇਹ ਦੇਖ ਕੇ ਫਿਰ ਜਿਹੜਾ ਸੀ ਅਤਰ ਸਿੰਘ ਬੜਾ ਮਨ ਦੇ ਵਿੱਚ ਜਿਹੜਾ ਸੀਗਾ ਉਹ ਸ਼ਰਮਿੰਦਾ ਵੀ ਹੋਇਆ ਮਹਾਂਪੁਰਖਾਂ ਦੇ ਇਸ ਬਚਨ ਨੂੰ ਲੈ ਕੇ ਕਿ ਮੈਂ ਮਹਾਂਪੁਰਖਾਂ ਨੂੰ ਕਹਿ ਦਿੱਤਾ ਸੀਗਾ ਕਿ ਮੈਂ ਤੁਹਾਡੇ ਉੱਤੇ ਜਿਹੜਾ ਸਰਕਾਰੀ ਇਹ ਦਾਅਵਾ ਕਰ ਦਊਂਗਾ ਅਗਰ ਮੇਰੇ ਲੜਕੇ ਨੂੰ ਕੁਛ ਹੋ ਗਿਆ। ਇਸ ਕਰਕੇ ਪਰ ਫਿਰ ਵੀ ਮਨ ਦੇ ਵਿੱਚ ਭੁੱਲ ਬਖਸ਼ਾਉਣ ਵਾਸਤੇ ਡਰਦਾ ਮਹਾਂਪੁਰਖਾਂ ਦੇ ਪਾਸ ਆਇਆ। ਜਦ ਪਾਸ ਆਇਆ ਤਾਂ ਆ ਕੇ ਬਾਬਾ ਹਰਨਾਮ ਸਿੰਘ ਨੂੰ ਕਹਿਣ ਲੱਗਾ, ਕਹਿੰਦਾ ਬਾਬਾ ਜੀ ਮੇਰੇ ਤੋਂ ਭੁੱਲ ਹੋ ਗਈ ਆ। ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਕੋਈ ਗੱਲ ਨਹੀਂ, ਅਸੀਂ ਤੇਰੇ ਨਾਲ ਕਿਸੇ ਗੱਲੋਂ ਕੋਈ ਨਾਰਾਜ਼ ਨਹੀਂ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਅਤਰ ਸਿੰਘ ਕਹਿਣ ਲੱਗਾ, ਬਾਬਾ ਜੀ ਵੀ ਤੁਸੀਂ ਤਵੀਤ ਦੀ ਗੱਲ ਕੀਤੀ ਸੀ ਕਿ ਜਿਹੜਾ ਤੁਸੀਂ ਮੇਰੇ ਲੜਕੇ ਦੇ ਗਲ 'ਚ ਪਾਇਆ ਸੀਗਾ ਤਵੀਤ, ਅਤੇ ਉਹ ਤਾਂ ਤਵੀਤ ਮੈਨੂੰ ਦਿਖਾਈ ਨਹੀਂ ਦਿੱਤਾ। ਤਾਂ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਉਹ ਜਿਹੜਾ ਤਵੀਤ ਹੈਗਾ ਉਹ ਦਰਗਾਹੀ ਪਹਿਰਾ ਹੈਗਾ ਜਿਹੜਾ ਅਸੀਂ ਤੇਰੇ ਲੜਕੇ ਦੇ ਉੱਤੇ ਲਾਇਆ ਸੀਗਾ। ਜੇ ਤੂੰ ਚਾਹੁੰਦਾ ਹੈਗਾ ਤਾਂ ਉਹ ਜਿਹੜਾ ਹੈ ਤਵੀਤ ਦਰਗਾਹੀ ਪਹਿਰੇ ਵਾਲਾ ਉਹ ਆਪਣੇ ਬਚਨ ਦੇ ਨਾਲ ਸਾਨੂੰ ਵਾਪਸ ਕਰ ਦੇ, ਅਤੇ ਅਸੀਂ ਤੇਰਾ ਮੁੰਡਾ ਜਿਹੜਾ ਹੈਗਾ ਇਸ ਪਹਿਰੇ ਤੋਂ ਪਰੇ ਕਰ ਦਿੰਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਅਤਰ ਸਿੰਘ ਕਹਿਣ ਲੱਗਾ, ਬਾਬਾ ਜੀ ਵੀ ਇਹ ਤਾਂ ਤਵੀਤ ਮੈਂ ਵਾਪਸ ਨਹੀਂ ਕਰਨਾ ਹੈਗਾ, ਇਹ ਪਹਿਰਾ ਤਾਂ ਸਦਾ ਮੇਰੇ ਪਰਿਵਾਰ ਵਿੱਚ ਮੇਰੇ ਘਰ 'ਚ ਲੱਗਾ ਰਹੇ ਤਾਂ ਜਿਹੜੀ ਹੈ ਮੇਰੀ ਚੜ੍ਹਦੀ ਕਲਾ ਮੇਰਾ ਬਚਾਅ ਹੋ ਸਕਦਾ ਹੈ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਜਿਹੜੇ ਸੀਗੇ ਅਤਰ ਸਿੰਘ ਦੀ ਗੱਲ ਸੁਣ ਕੇ ਹੱਸ ਪਏ। ਹੱਸ ਕੇ ਕਹਿਣ ਲੱਗੇ, ਚੱਲ ਚੰਗਾ ਫਿਰ ਤੂੰ ਇਸ ਤਰ੍ਹਾਂ ਕਰ, ਜਾ ਕੇ ਹੁਣ ਤੂੰ ਸੇਵਾ ਕਰ, ਕਿਸੇ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਜਿਹੜਾ ਖਾਬ ਨਹੀਂ ਲਿਆਉਣਾ ਹੈਗਾ। ਉਸ ਤੋਂ ਬਾਅਦ ਦੇਖੋ ਫਿਰ ਜਿਹੜੇ ਸੀ ਇਹ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਭਾਈ ਅਤਰ ਸਿੰਘ ਹੋਣਾ ਨੇ। ਸੋ ਅਗਲੀ ਜਿਹੜੀ ਸਾਖੀ ਹੈਗੀ ਉਹ ਸੰਤ ਬਿਹਾਲ ਦਾਸ ਹੋਣਾ ਦੀ ਆ, ਜਿਨ੍ਹਾਂ ਨੇ ਇਹ ਸਾਖੀ ਜਿਹੜੀ ਸੀਗੀ ਇਹ ਭਾਈ ਰਤਨ ਸਿੰਘ ਡਰੋਲੀ ਵਾਲਿਆਂ ਨੂੰ ਜਿਹੜੀ ਸੀ ਸੁਣਾਈ ਸੀਗੀ। ਉਹਦੇ ਵਿੱਚ ਉਹਨੇ ਦੱਸਿਆ ਸੀਗਾ ਕਿ ਮੈਂ ਜਦੋਂ ਮਹਾਂਪੁਰਖਾਂ ਦੀ ਸੇਵਾ ਕਰਨ ਲੱਗਾ ਅਤੇ ਮਹਾਂਪੁਰਖਾਂ ਨੇ ਮੈਨੂੰ ਹਦਾਇਤ ਕੀਤੀ ਸੀਗੀ, ਕਹਿੰਦੇ ਭਾਈ ਜਦੋਂ ਸੇਵਾ ਕਰਨੀ ਆ ਅਤੇ ਇਸ ਦੁਨੀਆ ਤੋਂ ਬਚ ਕੇ ਰਹਿਣਾ ਹੈਗਾ, ਸੇਵਾ ਵਿੱਚ ਮਸਤ ਰਹਿਣਾ, ਕਿਸੇ ਕੋ ਖੜਨਾ ਨਹੀਂ, ਕਿਸੇ ਕੋ ਕੋਈ ਗੱਲਬਾਤ ਸੁਣਨੀ ਨਹੀਂ, ਕੇਵਲ ਨਾਮ ਜਪਣਾ ਹੈਗਾ, ਅਤੇ ਕੇਵਲ ਆਪਣੀ ਸੇਵਾ ਅਤੇ ਆਪਣੇ ਨਾਮ ਦੇ ਨਾਲ ਹੀ ਜਿਹੜਾ ਹੈਗਾ ਉਹ ਮਤਲਬ ਰੱਖਣਾ ਹੈਗਾ। ਪਰ ਇਹ ਗੱਲ ਦਾ ਪਹਿਰਾ ਸੀਗਾ ਸੰਤ ਬਹਾਲ ਦਾਸ ਜਿਹੜੇ ਸੀ ਉਹ ਦਿੰਦੇ ਹੁੰਦੇ ਸੀ, ਪਰ ਫਿਰ ਵੀ ਦੁਨੀਆ ਕਈ ਜਿਹੜੀ ਸੀਗੀ ਉਹ ਸੰਤ ਬਹਾਲ ਦਾਸ ਦੇ ਕੋਲ ਆਉਣਾ ਚਾਹੁੰਦੀ ਸੀ, ਪਰ ਸੰਤ ਬਹਾਲ ਦਾਸ ਨੇ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ, ਚੁੱਪ ਕਰਕੇ ਕੰਨੀ ਖਸਕਾਉਂਦੇ ਹੋਏ ਦੁਨੀਆ ਤੋਂ ਪਰੇ ਰਹਿ ਕੇ ਸੇਵਾ ਕਰਦੇ ਰਹੇ। ਇੱਕ ਵਾਰੀ ਕੀ ਹੋਇਆ ਕਿ ਇੱਕ ਸੇਮੇ ਪਿੰਡ ਦਾ ਕੋਈ ਜਿਹੜਾ ਸੀਗਾ ਉਹ ਬਿਰਧ ਅਧਖੜ ਜੀ ਉਮਰ ਦਾ ਆਦਮੀ ਸੀਗਾ। ਉਹਨੇ ਕੀ ਕੀਤਾ, ਸੰਤ ਬਹਾਲ ਦਾਸ ਨੂੰ ਇਹ ਇੱਕ ਦਿਨ ਜਾਂਦੇ ਕੋਲ ਜਾ ਕੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਉਹ ਜਿਹੜਾ ਸੰਤ ਜਿਹਦੀ ਤੂੰ ਸੇਵਾ ਕਰਦਾ ਸੁਣਿਆ ਉਹਦੇ ਕੋਲ ਪੈਸਾ ਬੜਾ ਹੈਗਾ, ਅਗਰ ਰਾਤ ਨੂੰ ਕੋਈ ਡਾਕੂ ਚੋਰ ਜਾ ਕੇ ਉਹ ਉਜਾੜ 'ਚ ਇਕੱਲਾ ਰਹਿੰਦਾ ਹੈਗਾ ਉਹਨੂੰ ਮਾਰ ਦੇਵੇ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਮੁਕੱਦਮਾ ਹੈਗਾ ਪੁਲਿਸ ਦਾ ਉਹ ਤੇਰੇ ਉੱਤੇ ਹੋ ਜਾਊਗਾ। ਇਸ ਕਰਕੇ ਸੰਤ ਬਹਾਲ ਦਾਸ ਨੂੰ ਉਹ ਬੰਦਾ ਕਹਿਣ ਲੱਗਾ ਕਿ ਤੂੰ ਉਸ ਸੰਤ ਦੀ ਸੇਵਾ ਨਾ ਕਰਿਆ ਕਰ, ਸੰਤਾਂ ਕੋਲ ਨਾ ਜਾਇਆ ਕਰ। ਪਰ ਇਹ ਗੱਲ ਉਹਨਾਂ ਟਾਈਮਾਂ ਸੰਤ ਬਹਾਲ ਦਾਸ ਜੀ ਦੱਸਦੇ ਸੀਗੇ ਵੀ ਅਸੀਂ ਸੁਣੀ ਕਰਦੇ ਸੀ, ਪਰ ਮਨ ਦੇ ਵਿੱਚ ਇੱਕ ਤੋਖਲਾ ਜਿਹਾ ਵੀ ਸਾਡੇ ਬਣ ਗਿਆ ਕਿ ਇਹ ਜਿਹੜੀ ਗੱਲ ਹੈਗੀ ਆ ਉਹਨੇ ਇੱਕ ਨਹੀਂ ਕਈ ਵਾਰ ਮੇਰੇ ਨਾਲ ਇਸ ਤਰ੍ਹਾਂ ਕੀਤੀ ਆ ਕਿ ਅਗਰ ਇਹ ਗੱਲ ਸੱਚ ਹੋ ਗਈ ਤਾਂ ਹੋ ਸਕਦਾ ਮੈਂ ਵੀ ਕਿਸੇ ਮੁਸ਼ਕਿਲ ਸਥਿਤੀ ਦੇ ਵਿੱਚ ਆ ਜਾਵਾਂ। ਜਦ ਇਹ ਵਿਚਾਰ ਸੰਤ ਬਿਹਾਲ ਦਾਸ ਜੀ ਕਹਿੰਦੇ ਸਾਡੇ ਮਨ 'ਚ ਆਉਣੇ ਸ਼ੁਰੂ ਕੀਤੇ ਤਾਂ ਸੰਤ ਹਰਨਾਮ ਸਿੰਘ ਨੇ ਸਾਨੂੰ ਜਿਹੜੇ ਸੀ ਇੱਕ ਦਿਨ ਆਵਾਜ਼ ਮਾਰੀ, ਕਹਿੰਦੇ ਵੀ ਤੂੰ ਇੱਦਾਂ ਕਰ, ਕੱਲ੍ਹ ਜਿਹੜਾ ਹੈਗਾ ਤੂੰ ਰਾਤ ਨੂੰ ਸਾਡੇ ਕੋਲ ਪਹੁੰਚੀ। ਸੰਤ ਬਿਹਾਲ ਦਾਸ ਜੀ ਕਹਿੰਦੇ ਜਦੋਂ ਅੱਧੀ ਰਾਤ ਨੂੰ ਮਹਾਂਪੁਰਖ ਨੇ ਸਾਨੂੰ ਇਹ ਸੁਨੇਹਾ ਦਿੱਤਾ ਅਤੇ ਕਹਿੰਦੇ ਅਸੀਂ ਜਦ ਰਾਤ ਨੂੰ ਗਏ ਤਾਂ ਅਸੀਂ ਕੀ ਦੇਖਿਆ, ਜਿਸ ਜਗ੍ਹਾ ਸੰਤ ਮਹਾਂਪੁਰਖ ਬਾਬਾ ਜੀ ਜਿਹੜੇ ਸੀ ਬੰਦਗੀ ਤਪੱਸਿਆ ਕਰਦੇ ਸੀਗੇ, ਅਸੀਂ ਉੱਥੇ ਜਦ ਕੀ ਦੇਖਿਆ ਤਾਂ ਮਹਾਂਪੁਰਖਾਂ ਦਾ ਇੱਕ ਬੜਾ ਪੈ ਭੀਤ ਕਰਨ ਵਾਲਾ ਜਿਹੜਾ ਸਰੀਰ ਵਾ, ਕਹਿੰਦੇ ਅਸੀਂ ਦੇਖ ਕੇ ਪੂਰੀ ਤਰ੍ਹਾਂ ਘਬਰਾ ਗਏ ਅਤੇ ਸਾਡੀਆਂ ਚੀਕਾਂ ਨਿਕਲ ਗਈਆਂ। ਉਹ 'ਚ ਅਸੀਂ ਕੀ ਦੇਖਿਆ ਕਿ ਮਹਾਂਪੁਰਖਾਂ ਦਾ ਜਿਹੜਾ ਹੈਗਾ ਧੜ ਅਲੱਗ ਵਾ, ਬਾਹਾਂ ਅਲੱਗ ਵਾ, ਲੱਤਾਂ ਅਲੱਗ ਹੈਗਾ, ਸਾਰਾ ਸਰੀਰ ਜਿਹੜਾ ਖਿਲਰਿਆ ਪਿਆ ਹੈਗਾ। ਕਹਿੰਦੇ ਇਹ ਦੇਖਦੇ ਸਾਰੇ ਅਸੀਂ ਚੁੱਪ ਚਪੀਤੇ ਜਿਹੜੇ ਸੀ ਉੱਥੋਂ ਜਿਹੜੇ ਵਾਪਸ ਆ ਗਏ, ਅਤੇ ਮਨ ਵਿੱਚ ਆ ਗਈ ਕਿ ਜਿਹੜਾ ਸਿੰਮੇ ਪਿੰਡ ਦਾ ਬੰਦਾ ਸੀਗਾ ਉਹਦੀ ਗੱਲ ਬਲਕਿ ਸੱਚ ਹੋਈ ਲੱਗਦੀ ਹੈਗੀ ਆ ਕਿ ਮਹਾਂਪੁਰਖਾਂ ਨੂੰ ਕਿਸੇ ਚੋਰ ਡਾਕੂ ਨੇ ਵੜ ਦਿੱਤਾ ਹੈਗਾ, ਅਤੇ ਜਿੰਨੇ ਪੈਸੇ ਵਗੈਰਾ ਹੈਗੇ ਮਹਾਂਪੁਰਖਾਂ ਦੇ ਸਾਰੇ ਲੁੱਟ ਕੇ ਲੈ ਗਏ ਹੈਗੇ। ਉਸ ਤੋਂ ਬਾਅਦ ਕਹਿੰਦੇ ਵਾਪਸ ਆਏ ਮਨ 'ਚ ਇਹ ਆਇਆ ਕਿ ਮਹਾਂਪੁਰਖਾਂ ਨੇ ਸਾਨੂੰ ਬੁਲਾਇਆ ਸੀਗਾ ਅਤੇ ਕਮ ਸੇ ਕਮ ਸਾਨੂੰ ਦੁਬਾਰਾ ਜਾਣਾ ਚਾਹੀਦਾ ਹੈਗਾ।
ਕਿ ਦੁਬਾਰਾ ਦੇਖਣਾ ਚਾਹੀਦਾ ਹੈਗਾ ਕਿ ਜਿਹੜੇ ਮਹਾਂਪੁਰਖ ਹੈਗੇ ਆ ਕਿ ਉਹ ਵਾਕਈ ਜਿਹੜੇ ਹੈ ਉਹਨਾਂ ਦਾ ਸਰੀਰ ਇਸ ਤਰ੍ਹਾਂ ਕੱਟਿਆ ਵੱਢਿਆ ਹੈਗਾ ਜਾਂ ਮੇਰੇ ਵੈਸੇ ਹੀ ਜਿਹੜਾ ਹੈਗਾ ਉਹ ਮਨ ਦਾ ਭਰਮ ਪੈ ਗਿਆ ਹੈਗਾ। ਸੰਤ ਬਿਹਾਲਦਾਸ ਜੀ ਕਹਿੰਦੇ ਜਦੋਂ ਅਸੀਂ ਵਾਪਸ ਦੁਆਰਾ ਗਏ ਜਦ ਕੀ ਦੇਖਿਆ ਤਾਂ ਮਹਾਂਪੁਰਖ ਜਿਹੜੇ ਸੀ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਬੰਦਗੀ 'ਚ ਬੈਠੇ। ਅਸੀਂ ਕਹਿੰਦੇ ਦੇਖ ਕੇ ਬੜੇ ਹੱਕੇ ਬੱਕੇ ਹੋਏ ਅਤੇ ਮਹਾਂਪੁਰਖ ਜਿਹੜੇ ਸੀ ਸਾਨੂੰ ਕਹਿਣ ਲੱਗੇ, ਕਹਿੰਦੇ ਬਿਹਾਲਦਾਸ ਵੀ ਤੂੰ ਉਹਨੂੰ ਟਾਈਮ ਬੜਾ ਲਾਤਾ, ਕੀ ਗੱਲ ਹੋਈ? ਜਦੋਂ ਸਾਰੀ ਵਿਸਥਾਰਪੂਰਵਕ ਗੱਲ ਮਹਾਂਪੁਰਖਾਂ ਨੂੰ ਦੱਸੀ ਸੰਤ ਬਿਹਾਲਦਾਸ ਉਹਨਾਂ ਨੇ, ਅਤੇ ਸੰਤ ਕਹਿਣ ਲੱਗੇ, ਕਹਿੰਦੇ ਭਾਈ ਇਹ ਸਾਰਾ ਕੁਛ ਹੈ ਨਾ ਤੈਨੂੰ ਇਸ ਕਰਕੇ ਦਿਖਾਈ ਦਿੱਤਾ ਕਿਉਂਕਿ ਤੈਨੂੰ ਅਸੀਂ ਹਦਾਇਤ ਕੀਤੀ ਸੀਗੀ ਕਿ ਜਦੋਂ ਵੀ ਸਾਡੇ ਕੋਲ ਆਉਣਾ ਹੋਵੇ, ਸੇਵਾ ਕਰਨੀ ਹੋਵੇ, ਰਸਨਾ ਤੇ ਨਾਮ ਨਹੀਂ ਛੱਡਣਾ ਹੈਗਾ। ਅਤੇ ਤੂੰ ਜਿਹੜਾ ਹੈ ਨਾ ਆਪਣੀ ਰਸਨਾ ਤੋਂ ਅੱਜ ਨਾਮ ਛੱਡ ਕੇ ਸਾਡੇ ਕੋਲ ਆਇਆ ਸੀ, ਤਾਂ ਤੈਨੂੰ ਅਸੀਂ ਇਸ ਤਰ੍ਹਾਂ ਜਿਹੜੇ ਸੀਗੇ ਸਾਡਾ ਸਰੀਰ ਤੈਨੂੰ ਦਿਖਾਈ ਦਿੱਤਾ ਸੀਗਾ। ਅਸਲ ਦੇ ਵਿੱਚ ਅਸੀਂ ਹੈ ਨਾ ਇੱਥੇ ਚੌਂਕੜਾ ਮਾਰ ਕੇ ਬੈਠੇ ਸੀ। ਜਦ ਇਹ ਜਿਹੜੀ ਗੱਲ ਸੀ ਮਹਾਂਪੁਰਖਾਂ ਨੇ ਦੱਸੀ ਸੀਗੀ ਤਾਂ ਫਿਰ ਸੰਤ ਬਿਹਾਲਦਾਸ ਜੀ ਜਿਹੜੇ ਸੀਗੇ ਉਹ ਚੁੱਪ ਕਰ ਗਏ ਸੀ। ਉਸ ਤੋਂ ਬਾਅਦ ਇੱਕ ਵਾਰ ਕੀ ਹੋਇਆ ਕਿ ਮਹਾਂਪੁਰਖਾਂ ਦੀ ਇਸ ਤਰ੍ਹਾਂ ਦੀ ਨੇ ਚੜ੍ਹਦੀ ਕਲਾ ਕਰਦੇ ਬਹੁਤ ਸਾਰੀ ਸੰਗਤ ਜਦ ਆਉਂਦੀ ਸੀ। ਇੱਕ ਵਾਰੀ ਮਹਾਂਪੁਰਖਾਂ ਨੇ ਆਪਣੀ ਮੌਜ ਦੇ ਵਿੱਚ ਸਾਰੀ ਸੰਗਤ ਨੂੰ ਇੱਕ ਬੜੀ ਸੁੰਦਰ ਕਥਾ ਜਿਹੜੀ ਸੀਗੀ ਉਹ ਸਰਵਣ ਕਰਾਈ ਸੀ। ਉਹਦੇ ਵਿੱਚ ਸੰਤ ਮਹਾਂਪੁਰਖ ਬਾਬਾ ਮਹਾਰ ਨਾਮ ਸੋਹਣਾ ਨੇ ਜਿਹੜੀ ਸੰਗਤ ਨੂੰ ਇਹ ਦੱਸਿਆ ਸੀਗਾ ਕਿ ਜਿਹੜੀ ਨਾਮ ਦੀ ਮਹਿਮਾ ਹੈ ਉਹ ਇੰਨੀ ਬੇਅੰਤ ਇੰਨੀ ਅਪਰੰਪਾਰ ਹੈਗੀ ਆ ਕਿ ਅਗਰ ਕੋਈ ਪਖੰਡ ਦੇ ਨਾਲ ਵੀ ਨਾਮ ਜਪ ਲਵੇ ਹੈ ਨਾ, ਕਹਿੰਦੇ ਉਹਦੇ ਉੱਤੇ ਵੀ ਜਿਹੜੀ ਹੈਗੀ ਆ ਉਹ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਆ। ਸੋ ਉਹਦੇ ਵਿੱਚ ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਇੱਕ ਵਾਰੀ ਕਹਿੰਦੇ ਕੋਈ ਰਾਜਾ ਸੀਗਾ ਅਤੇ ਉਹਦੀ ਇੱਕ ਬੜੀ ਸੁੰਦਰ ਰਾਣੀ ਸੀਗੀ। ਉਹ ਰਾਣੀ ਇੰਨੀ ਸੁੰਦਰ ਸੀ ਕਿ ਰਾਜੇ ਨੇ ਹੈ ਨਾ ਉਹਦੇ ਵਾਸਤੇ ਇੱਕ ਵੱਖਰਾ ਮਹਿਲ ਬਣਾਇਆ ਸੀ। ਜਦ ਵੱਖਰਾ ਮਹਿਲ ਬਣਾਇਆ ਸੀ ਤਾਂ ਉਹਦੇ ਵਿੱਚ ਰਾਜੇ ਨੇ ਹਦਾਇਤ ਕੀਤੀ ਸੀਗੀ ਕਿ ਇਸ ਇਲਾਕੇ ਦੇ ਇੰਨੇ ਏਰੀਏ ਦੇ ਵਿੱਚ ਕੋਈ ਵੀ ਆਦਮੀ ਪੁਰਖ ਜਿਹੜਾ ਹੈ ਨਾ ਉਹ ਜਾ ਨਹੀਂ ਸਕਦਾ ਹੈਗਾ। ਅਤੇ ਉਸ ਰਾਣੀ ਦੀ ਹਿਫਾਜ਼ਤ ਦੇ ਵਾਸਤੇ ਰਾਜੇ ਨੇ ਜਿੱਥੇ ਗੋਲੀਆਂ ਰੱਖੀਆਂ ਸੀ ਸੇਵਾ ਵਾਸਤੇ, ਉੱਥੇ ਜਿਹੜੀ ਸਿਕਿਉਰਿਟੀ ਲਾਈ ਸੀ ਰਾਣੀ ਦੇ ਉਸ ਇਲਾਕੇ ਦੇ ਵਿੱਚ, ਉਹ ਵੀ ਸਾਰੀ ਜਿਹੜੀ ਸਿਕਿਉਰਿਟੀ ਸੀਗੀ ਉਹ ਇਸਤਰੀ ਵਿੰਗ ਦੀ ਲਾਈ ਸੀਗੀ। ਇਸ ਤਰ੍ਹਾਂ ਰਾਜਾ ਜਿਹੜਾ ਸੀ ਉਹ ਰਾਣੀ ਦੇ ਨਾਲ ਜਾਣੀ ਕਿ ਆਪਣਾ ਜਿਹੜਾ ਵਰਤਾਰਾ ਕਰਦਾ ਹੁੰਦਾ ਸੀਗਾ ਤਾਂ ਜੋ ਕੋਈ ਵੀ ਜਿਹੜਾ ਆਦਮੀ ਹੈਗਾ ਮੇਰੀ ਰਾਣੀ ਦੀ ਸੁੰਦਰਤਾ ਨੂੰ ਦੇਖ ਕੇ ਕਿਤੇ ਕੈਲ ਨਾ ਹੋ ਜਾਵੇ, ਕਿਤੇ ਪਾਗਲ ਨਾ ਹੋ ਜਾਵੇ। ਇਸ ਤਰ੍ਹਾਂ ਜਿਹੜਾ ਸਮਾਂ ਲੰਘਦਾ ਗਿਆ। ਇੱਕ ਵਾਰ ਕੀ ਹੋਇਆ, ਮਹਾਂਪੁਰਖ ਦੱਸਦੇ ਸੀਗੇ ਕਿ ਇੱਕ ਮਾਈ ਜਿਹੜੀ ਉਸ ਰਾਣੀ ਦੇ ਮਹਿਲ ਦੇ ਬਰਾਂਡੇ ਦੇ ਬਾਹਰਲੇ ਪਾਸੇ ਝਾੜੂ ਦਿੰਦੀ ਹੁੰਦੀ ਸੀ। ਕਹਿੰਦੇ ਵੀ ਉਹਦੇ ਨਾਲ ਕਾਰਨ ਕੀ ਹੋਇਆ ਕਿ ਉਹਨੂੰ ਇੱਕ ਦਿਨ ਨਾ ਬੜਾ ਬੁਖਾਰ ਚੜ੍ਹਿਆ। ਜਦ ਬੁਖਾਰ ਚੜ੍ਹਿਆ ਅਤੇ ਜਦ ਉਹ ਘਰ ਲੰਮੀ ਪਈ ਸੀ ਅਤੇ ਉਹਨੇ ਸੋਚਿਆ ਕਿ ਅੱਜ ਅਗਰ ਮੈਂ ਰਾਣੀ ਦੇ ਝਾੜੂ ਦੀ ਸੇਵਾ ਵਿੱਚ ਹਾਜ਼ਰ ਨਹੀਂ ਹੋਈ ਤਾਂ ਹੋ ਸਕਦਾ ਰਾਣੀ ਜਿਹੜੀ ਹੈ ਉਹ ਮੇਰੇ ਉੱਤੇ ਬਹੁਤ ਗਿਲਾ ਕਰੇ, ਗੁੱਸਾ ਕਰੇ ਅਤੇ ਮੈਂ ਜਾ ਕੇ ਜਿਹੜੀ ਹੈ ਉਹਨੂੰ ਦੱਸ ਵੀ ਨਹੀਂ ਸਕਦੀ। ਅਤੇ ਇੱਥੋਂ ਤੱਕ ਵੀ ਨੌਬਤ ਆ ਸਕਦੀ ਹੈ ਕਿ ਰਾਣੀ ਦੇ ਇੱਕ ਹੀ ਇਸ਼ਾਰੇ ਦੇ ਉੱਤੇ ਹੈ ਨਾ ਜਿਹੜਾ ਰਾਜਾ ਹੈਗਾ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਜ਼ਾ ਦੇ ਸਕਦਾ ਹੈਗਾ। ਇਸ ਕਰਕੇ ਉਸ ਔਰਤ ਨੇ ਮਨ 'ਚ ਸੋਚਿਆ ਵੀ ਹੋਵੇ ਨਾ ਹੋਵੇ ਮੇਰਾ ਇੱਕ ਲੜਕਾ ਹੈਗਾ ਜਿਹੜਾ 15-16 ਸਾਲ ਦੀ ਉਮਰ ਦੇ ਵਿੱਚ ਹੈਗਾ, ਕਿਉਂ ਨਾ ਹੋਵੇ ਮੈਂ ਆਪਣੇ ਲੜਕੇ ਨੂੰ ਨਾ ਝਾੜੂ ਦੀ ਸੇਵਾ ਵਾਸਤੇ ਉੱਥੇ ਭੇਜ ਦਿਆਂ। ਦੇਖੋ ਉਸ ਮਾਈ ਨੇ ਕੀ ਕੀਤਾ, ਝਾੜੂ ਵਾਲੀ ਨੇ ਆਪਣਾ ਇੱਕ ਲੜਕਾ ਜਿਹੜਾ ਸੀਗਾ ਉਹ ਰਾਣੀ ਦੇ ਉਸ ਏਰੀਆ ਦੇ ਵਿੱਚ ਭੇਜ ਦਿੱਤਾ। ਜਦ ਭੇਜ ਦਿੱਤਾ ਤਾਂ ਉਹ ਲੜਕਾ ਜਿਹੜਾ ਸੀਗਾ ਉਹ ਆਪਣੀ ਮਾਂ ਦੇ ਕਹੇ 'ਤੇ ਉੱਥੇ ਝਾੜੂ ਦੇਣ ਲੱਗਾ। ਜਦ ਝਾੜੂ ਦਿੰਦਾ ਸੀਗਾ ਅਚਨਚੇਤ ਉਹ ਜਿਹੜੀ ਰਾਣੀ ਸੀਗੀ ਉਹ ਟਹਿਲਦੀ ਜਦ ਬਰਾਂਡੇ 'ਚ ਆਈ ਤਾਂ ਇਸ ਲੜਕਾ ਜਿਹੜਾ ਝਾੜੂ ਦਿੰਦਾ ਸੀ ਇਹਦੀ ਨਜ਼ਰ ਜਦ ਰਾਣੀ ਦੇ ਪਈ ਤਾਂ ਉਹਨੇ ਰਾਣੀ ਦੇ ਨੂੰ ਦੇਖਦੇ ਸਾਰੀ ਉਹਦਾ ਜਿਹੜਾ ਖੂਬਸੂਰਤ ਚਿਹਰਾ ਸੀਗਾ ਉਸ ਨੂੰ ਦੇਖਦੇ ਸਾਰੀ ਜਿਵੇਂ ਕਹਿ ਲਓ ਕੋਈ ਇੰਨਾ ਮੋਹਿਤ ਹੋ ਗਿਆ ਕਿ ਉਹਦੇ ਹੱਥੋਂ ਝਾੜੂ ਹੀ ਛੁੱਟ ਗਿਆ। ਜਦ ਝਾੜੂ ਛੁੱਟ ਗਿਆ ਤਾਂ ਉਹ ਰਾਣੀ ਵੱਲ ਦੇਖਦਾ ਹੀ ਰਹਿ ਗਿਆ ਅਤੇ ਰਾਣੀ ਨੇ ਵੀ ਦੇਖਿਆ ਹੈਗਾ ਕਿ ਇਹ ਜਿਹੜਾ ਲੜਕਾ ਹੈਗਾ ਇੱਥੇ ਕੋਈ ਮਰਦ ਆ ਨਹੀਂ ਸਕਦਾ, ਪਰ ਇਹ 15-16 ਸਾਲ ਦਾ ਲੜਕਾ ਜਿਹੜਾ ਹੈ ਮੇਰੇ ਇੱਥੇ ਹੀ ਏਰੀਏ ਦੇ ਵਿੱਚ ਝਾੜੂ ਦੇ ਰਿਹਾ ਹੈਗਾ। ਉਹਨੇ ਜਿਹੜੀਆਂ ਸੀ ਨਾਲ ਦੀਆਂ ਜਿਹੜੀਆਂ ਗੋਲੀਆਂ ਸੀ ਉਹਨਾਂ ਨੂੰ ਪੁੱਛਿਆ ਵੀ ਇਹ ਲੜਕਾ ਕੌਣ ਹੈਗਾ, ਅਤੇ ਫਿਰ ਉਹਦੀਆਂ ਨੌਕਰਾਣੀਆਂ ਦੱਸਿਆ ਹੈਗਾ ਕਿ ਜਿਹੜੀ ਮਾਈ ਇੱਥੇ ਝਾੜੂ ਦਿੰਦੀ ਉਹਦਾ ਹੀ ਲੜਕਾ ਹੈਗਾ, ਇਸ ਕਰਕੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਤਾਂ ਰਾਣੀ ਜਾਣੀ ਇਹ ਸੁਣ ਕੇ ਨਾ ਫਿਰ ਅੰਦਰ ਜਿਹੜੀ ਸੀ ਚੁੱਪ ਚੁਪਾ 'ਤੇ ਚੱਲ ਗਈ। ਉਸ ਤੋਂ ਬਾਅਦ ਉਹ ਜਿਹੜਾ ਲੜਕਾ ਜਦ ਝਾੜੂ ਦੇ ਕੇ ਸ਼ਾਮ ਨੂੰ ਵਾਪਸ ਆਇਆ ਤਾਂ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮਾਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ। ਮਾਂ ਕਹਿਣ ਲੱਗੀ ਦੱਸ ਕੀ ਕਰਨੀ ਆ, ਅਤੇ ਲੜਕਾ ਕਹਿਣ ਲੱਗਾ ਵੀ ਗੱਲ ਸਿੱਧੀ ਆ ਕਿ ਉਹ ਜਿਹੜੀ ਰਾਣੀ ਆ ਜਿਹਦੇ ਤੂੰ ਰੋਜ਼ ਝਾੜੂ ਦਿੰਦੀ ਹੈ ਨਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਮਾਂ ਆਪਣੇ ਲੜਕੇ ਦੀ ਇਹ ਗੱਲ ਸੁਣ ਕੇ ਬੜੇ ਚੰਬੇ 'ਚ ਪੈ ਗਈ। ਉਹ ਕਹਿਣ ਲੱਗੀ ਕਿ ਤੂੰ ਕੀ ਬੋਲਦਾ ਹੈਗਾ। ਜਦ ਲੜਕੇ ਨੇ ਦੁਬਾਰਾ ਦੱਸਿਆ ਕਿ ਮੈਂ ਉਸ ਰਾਣੀ ਨਾਲ ਵਿਆਹ ਕਰਾਉਣਾ ਤਾਂ ਫਿਰ ਔਰਤ ਕਹਿਣ ਲੱਗੀ ਕਹਿੰਦੀ ਕਿਤੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੈਗਾ, ਤੂੰ ਕਿਹੋ ਜਿਹੀ ਗੱਲ ਕਰਦਾ ਹੈਗਾ। ਹੁਣ ਤਾਂ ਤੂੰ ਘਰ 'ਚ ਗੱਲ ਕਰਦੀ, ਕਿਤੇ ਬਾਹਰ ਗੱਲ ਤੂੰ ਕਰੇ ਤਾਂ ਤੈਨੂੰ ਰਾਜੇ ਨੇ ਉਸੇ ਟਾਈਮ ਹੀ ਤੇਰਾ ਸਰੀਰ ਧੜ ਤੋਂ ਅਲੱਗ ਕਰ ਦੇਣਾ ਹੈਗਾ। ਉਹ ਏਰੀਆ ਜਿਹੜਾ ਹੈਗਾ ਉੱਥੇ ਤਾਂ ਕੋਈ ਆਦਮੀ ਜਾ ਨਹੀਂ ਸਕਦਾ ਹੈਗਾ। ਉਹ ਤਾਂ ਪਤਾ ਨਹੀਂ ਮੇਰੇ ਕਰਕੇ ਤੇਰੇ ਕੋਈ ਐਸੀ ਬਿੱਦ ਬਣੀ ਹੈ ਕਿ ਤੂੰ ਉੱਥੇ ਝਾੜੂ ਦੇਣ ਲੱਗ ਪਿਆ ਹੈਗਾ। ਇਸ ਤਰ੍ਹਾਂ ਪਾਗਲਾਂ ਦੀਆਂ ਗੱਲਾਂ ਨਹੀਂ ਕਰੀਦੀਆਂ। ਜਦ ਇਹ ਗੱਲ ਹੋਈ ਕਿਉਂਕਿ ਉਹ ਲੜਕਾ ਇੱਕੋ ਇੱਕ ਮਾਈ ਦਾ ਇੱਕੋ ਇੱਕ ਔਲਾਦ ਸੀ,
ਪਰ ਲੜਕਾ ਜਿਹੜਾ ਸੀਗਾ ਉਹਨੇ ਆਪਣੀ ਜਿੱਦ ਪਕਾਈ, ਮਾਂ ਨੂੰ ਕਹਿਣ ਲੱਗਾ ਕਿ ਜਿਵੇਂ ਕਿਵੇਂ ਵੀ ਹੋਵੇ, ਅਗਰ ਤੂੰ ਮੇਰੇ ਨਾਲ ਉਹਦੇ ਨਾਲ ਵਿਆਹ ਨਹੀਂ ਕਰਾ ਸਕਦੀ ਤੂੰ ਇਸ ਤਰ੍ਹਾਂ ਕਰ, ਉਹ ਰਾਣੀ ਨੂੰ ਕਹਿ ਕਿ ਤੂੰ ਹੈ ਨਾ ਮੇਰੇ ਨਾਲ ਕੋਈ ਨਾ ਕੋਈ ਗੱਲਬਾਤ ਕਰ ਲਾ। ਜਦ ਗੱਲਬਾਤ ਦੇ ਵਿੱਚ ਗੱਲ ਆਈ ਆ ਤੇ ਫਿਰ ਜਿਹੜੀ ਮਾਂ ਸਿਆਣੀ ਸੀ ਉਹ ਸਮਝ ਗਈ ਕਿ ਮੇਰਾ ਜਿਹੜਾ ਲੜਕਾ ਹੈਗਾ ਇਸ ਰਾਣੀ ਦੇ ਜਿਹੜਾ ਚਿਹਰਾ ਹੈਗਾ ਖੂਬਸੂਰਤੀ ਦਾ, ਉਸ ਦੀ ਖੂਬਸੂਰਤੀ ਦੇ ਚੱਕਰ ਦੇ ਵਿੱਚ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਫਸ ਗਿਆ ਹੈਗਾ। ਉਸ ਤੋਂ ਬਾਅਦ ਫਿਰ ਉਹਦੀ ਮਾਂ ਕਹਿੰਦੀ ਚੱਲ ਠੀਕ ਆ, ਅਗਰ ਤੂੰ ਜ਼ਿਆਦਾ ਹੀ ਜ਼ੋਰ ਪਾਉਂਦਾ ਤਾਂ ਮੈਂ ਰਾਣੀ ਨਾਲ ਗੱਲ ਕਰਕੇ ਦੇਖੂੰਗੀ। ਦੇਖੋ ਜਦੋਂ ਔਰਤ ਜਿਹੜੀ ਸੀ ਉਹ ਝਾੜੂ ਦਿੰਦੀ ਰਾਣੀ ਦੇ ਪਾਸ ਗਈ, ਉਹਨੇ ਜਾ ਕੇ ਰਾਣੀ ਨੂੰ ਆਪਣੀ ਸਾਰੀ ਗੱਲ ਜਿਹੜੀ ਦੱਸੀ ਕਿ ਮੇਰਾ ਲੜਕਾ ਇੱਦਾਂ ਦਾ ਕਰਕੇ ਆਹ ਗੱਲ ਕਹਿੰਦਾ ਹੈਗਾ। ਦੇਖੋ ਹੁਣ ਉਹ ਜਿਹੜੀ ਰਾਣੀ ਉਹ ਬੜੀ ਧੀਰਜ ਵਾਲੀ ਸੀ, ਬੜੀ ਸਿਆਣੀ ਸੀ, ਬੜੀ ਪਤੀਵਰਤਾ ਔਰਤ ਸੀਗੀ। ਉਹ ਰਾਣੀ ਨੇ ਜਾਣੀ ਮਨ 'ਚ ਸੋਚਿਆ ਕਿ ਵਾਕਿਆ ਜਿਹੜਾ ਇਹ ਲੜਕਾ ਹੈਗਾ ਇਹ ਮੇਰੇ ਵੱਲ ਜਿਹੜਾ ਸੀਗਾ ਇਹ ਦੇਖਦਾ ਹੈਗਾ, ਤੇ ਮੈਨੂੰ ਤਾਂ ਉਸ ਟਾਈਮ ਇਸ ਦੀ ਗੱਲ ਦੀ ਸਮਝ ਨਹੀਂ ਆਈ ਕਿਉਂਕਿ ਮੈਂ ਤਾਂ ਤੇਰੇ ਲੜਕੇ ਨੂੰ ਦੇਖਦੇ ਸਾਰੀ ਵਾਪਸ ਮੁੜੇ ਸੀ, ਪਰ ਉਹਦੇ ਮਨ 'ਚ ਕੀ ਵਾਪਰੀ ਇਹ ਤਾਂ ਮੈਨੂੰ ਪਤਾ ਨਹੀਂ, ਪਰ ਹੁਣ ਮੈਨੂੰ ਪਤਾ ਲੱਗਾ ਹੈਗਾ ਕਿ ਉਹ ਲੜਕਾ ਜਿਹੜਾ ਸੀ ਉਹ ਮੇਰੇ ਬਾਰੇ ਕੀ ਸੋਚ ਰਿਹਾ ਹੈਗਾ। ਪਰ ਫਿਰ ਉਹਨੇ ਆਪਣੀ ਜਿਹੜੀ ਨੌਕਰਾਣੀ ਝਾੜੂ ਵਾਲੀ ਸੀ ਉਹ ਰਾਣੀ ਨੇ ਜਿਹੜੀ ਸੀ ਉਹਨੂੰ ਗੱਲ ਕਹੀ ਕਿ ਬਹੁਤ ਸਾਲ ਹੋ ਗਏ ਤੈਨੂੰ ਮੇਰੇ ਦਰਬਾਰ 'ਚ ਝਾੜੂ ਮਾਰਦਿਆਂ, ਇਸ ਕਰਕੇ ਤੂੰ ਮੇਰੀ ਸੇਵਾ ਬੜੀ ਕੀਤੀ ਆ, ਤੇ ਚੱਲ ਮੈਂ ਤੇਰੀ ਇੱਕ ਗੱਲ ਜਿਹੜੀ ਉਹ ਮੰਨ ਲੈਂਦੀ ਹਾਂ, ਮੈਂ ਤੇਰੇ ਲੜਕੇ ਦੇ ਨਾਲ ਜਿਹੜੀ ਗੱਲ ਕਰਨ ਨੂੰ ਤਿਆਰ ਵਾਂ, ਪਰ ਤੈਨੂੰ ਪਤਾ ਹੈਗਾ ਕਿ ਮੇਰੀ ਗੱਲਬਾਤ ਦਾ ਭੇਦ ਅਗਰ ਰਾਜੇ ਨੂੰ ਪਤਾ ਲੱਗ ਗਿਆ, ਜਿੱਥੇ ਉਹ ਰਾਜਾ ਤੈਨੂੰ ਤੇ ਤੇਰੇ ਲੜਕੇ ਨੂੰ ਜਿਹੜਾ ਮਾਰ ਦਊਗਾ ਨਾਲ ਮੈਨੂੰ ਵੀ ਮਾਰ ਦਊਗਾ। ਇਸ ਕਰਕੇ ਉਹ ਰਾਣੀ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਕਰਦੀ ਹਾਂ, ਹੋਰ ਤਾਂ ਕੋਈ ਰਸਤਾ ਨਹੀਂ ਹੈਗਾ, ਮੈਂ ਇੱਕ ਜੁਗਤ ਦੱਸ ਦਿੰਦੀ ਹਾਂ, ਬਸ ਆਪਣੇ ਲੜਕੇ ਨੂੰ ਇਹ ਗੱਲ ਕਹਿ ਦੀ ਕਿ ਇਸ ਜੁਗਤ ਦੇ ਉੱਤੇ ਤੂੰ ਪੈਰਾ ਦੇਵੇ ਤਾਂ ਫਿਰ ਮੈਂ ਤੈਨੂੰ ਮਿਲ ਸਕਦੀ ਹਾਂ, ਤੇਰੇ ਨਾਲ ਗੱਲ ਕਰ ਸਕਦੀ ਹਾਂ। ਤੇ ਫਿਰ ਉਹ ਜਿਹੜੀ ਝਾੜੂ ਦੇਣ ਵਾਲੀ ਔਰਤ ਸੀ ਜਦ ਉਹਨੇ ਜੁਗਤ ਪੁੱਛੀ ਤੇ ਫਿਰ ਰਾਣੀ ਨੇ ਦੱਸਿਆ ਕਿ ਜਿਹੜਾ ਰਾਜਾ ਹੈਗਾ ਮੇਰਾ ਪਤੀ ਹੈਗਾ ਨਾ ਸਾਧੂ ਸੰਤਾਂ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈਗਾ, ਜਿੱਥੇ ਵੀ ਕੋਈ ਸਾਧੂ ਮਿਲ ਜਾਂਦਾ ਹੈ ਨਾ ਉੱਥੇ ਜਾ ਕੇ ਉਹ ਆਪ ਡੰਡੌਤ ਬੰਦਨ ਹੁੰਦਾ, ਬਹੁਤ ਸਾਰੇ ਜਿਹੜੇ ਭਟਾਵਾਂ ਲੈ ਕੇ ਜਾਂਦਾ ਹੈਗਾ। ਇਸ ਕਰਕੇ ਆਪਣੇ ਲੜਕੇ ਨੂੰ ਕਹਿ ਕਿ ਤੂੰ ਇਸ ਤਰ੍ਹਾਂ ਕਰ, ਕੋਈ ਸਾਧੂ ਦਾ ਭੇਸ ਬਣਾ ਲਾ, ਕੱਪੜੇ ਜਿਹੜੇ ਉਹ ਇਸ ਤਰ੍ਹਾਂ ਦੇ ਭਗਵੇਂ ਪਾ ਲਾ, ਨਾਲ ਮਾਲਾ ਪਾ ਲਾ, ਕਮੰਡਲ ਪਾ ਲਾ, ਤੇ ਕਿਸੇ ਐਸ ਫਲਾਣੇ ਚੌਂਕ ਦੇ ਵਿੱਚ ਜਾ ਕੇ ਉਹਨੂੰ ਕਹਿ ਵੀ ਤੂੰ ਜਾ ਕੇ ਬੈਠ ਜਾ। ਪਰ ਦੂਸਰੀ ਗੱਲ ਇਹ ਹੈਗੀ ਕਿ ਤੂੰ ਇਸ ਤਰ੍ਹਾਂ ਕਰ, ਆਪਣੇ ਲੜਕੇ ਨੂੰ ਹੈ ਨਾ ਇੱਕ ਪੀਪਾ ਪਿੰਨੀਆਂ ਦਾ ਬਣਾ ਕੇ ਦੇ, ਉਹਨੂੰ ਕਹਿ ਕੇ ਜਿਸ ਜਗ੍ਹਾ ਤੂੰ ਜਾ ਕੇ ਚੌਂਕੜਾ ਲਾਉਣਾ ਬਹਿਣਾ ਹੈਗਾ, ਇਹ ਪਖੰਡ ਜਾਂ ਨਾਟਕ ਕਰਨਾ ਹੈਗਾ, ਉਸ ਜਗ੍ਹਾ ਇੱਕ ਟੋਆ ਪੱਟ ਕੇ ਹੇਠਾਂ ਹੈ ਨਾ ਪੀਪਾ ਟੋਏ 'ਚ ਰੱਖ ਦੇਣਾ ਹੈਗਾ, ਤੇ ਜਦੋਂ ਤੈਨੂੰ ਭੁੱਖ ਲੱਗੂਗੀ ਰਾਤ ਨੂੰ, ਅੱਧੀ ਰਾਤ ਨੂੰ ਜਦ ਕੋਈ ਹੋਊਗਾ ਨਹੀਂ ਤਾਂ ਤੈਂ ਅੱਖ ਬਚਾ ਕੇ ਦੇਖਣਾ ਹੈ ਕਿ ਕੋਈ ਜਿਹੜਾ ਆਦਮੀ ਹੈਗਾ ਆਲੇ ਦੁਆਲੇ ਨਜ਼ਰ ਨਹੀਂ ਆਉਂਦਾ, ਉਸ ਟਾਈਮ ਤੈਂ 2-3 ਪਿੰਨੀਆਂ ਕੱਢ ਕੇ ਖਾ ਲੈਣੀਆਂ ਹੈਗੀਆਂ, ਬਸ ਇਹ ਕੰਮ ਕਰਨਾ ਹੈਗਾ। ਤੇ ਬਾਕੀ ਸਾਰਾ ਦਿਨ ਅੱਖਾਂ ਮੀਟ ਕੇ ਹੈ ਨਾ ਰਾਮ 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 ਜਪੀ ਜਾਣਾ ਹੈਗਾ, ਤੇ ਬਸ ਅਗਰ ਕੋਈ ਵੀ ਆਵੇ ਤੈਂ ਅੱਖਾਂ ਨਹੀਂ ਖੋਲਣੀਆਂ, ਕੋਈ ਵੀ ਆ ਕੇ ਤੈਨੂੰ ਭੇਟਾ ਤੱਕ ਵੀ ਦੇ ਜਾਵੇ ਤੈਂ ਇਹ ਨਹੀਂ ਦੇਖਣਾ ਕਿ ਮੈਨੂੰ ਕੀ ਦਿੱਤਾ ਕਿਹਨੂੰ ਨਹੀਂ ਦਿੱਤਾ, ਬਸ ਅਗਰ ਤੂੰ ਇਸ ਨਾਟਕ ਡਰਾਮੇ ਦੇ ਵਿੱਚ ਇਸ ਪਖੰਡ ਦੇ ਵਿੱਚ ਕਾਮਯਾਬ ਹੋ ਗਿਆ, ਤੈਨੂੰ ਮਿਲਣ ਵਾਸਤੇ ਉਹ ਜਿਹੜਾ ਰਾਜਾ ਹੈਗਾ ਮੈਨੂੰ ਤੇਰੇ ਕੋਲ ਭੇਜ ਦੇਊਗਾ। ਜਦ ਇਹ ਗੱਲ ਹੋਈ ਆ ਤਾਂ ਦੇਖੋ ਉਹਨੇ ਫਿਰ ਜਿਹੜੀ ਝਾੜੂ ਦੇਣ ਵਾਲੀ ਨੌਕਰਾਣੀ ਸੀਗੀ ਉਹਨੇ ਜਾ ਕੇ ਆਪਣੇ ਲੜਕੇ ਨੂੰ ਸਾਰੀ ਗੱਲ ਦੱਸ ਦਿੱਤੀ ਵੀ ਰਾਣੀ ਇਸ ਤਰ੍ਹਾਂ ਕਹਿੰਦੀ ਆ, ਤੇ ਦੇਖ ਲਾ ਅਗਰ ਤੂੰ ਇਹ ਕੰਮ ਕਰ ਸਕਦਾ ਹੈ ਤਾਂ ਕਰ ਲਾ। ਜਦ ਇੰਨੀ ਗੱਲ ਹੋਈ ਲੜਕਾ ਸੁਣ ਕੇ ਜਿਹੜਾ ਸੀ ਇੰਨਾ ਖੁਸ਼ੀ ਉੱਛਣ ਲੱਗਾ, ਕਹਿੰਦਾ ਇਹ ਕਿਹੜੀ ਗੱਲ ਹੈ, ਮੈਂ ਤਾਂ ਜਿਹੜਾ ਹੈਗਾ ਕੁਛ ਵੀ ਕਰਨ ਨੂੰ ਤਿਆਰ ਹੈਗਾ। ਜਦ ਇਹ ਗੱਲ ਹੋਈ ਆ ਉਹ ਲੜਕੇ ਨੇ ਕੀ ਕੀਤਾ, ਭਗਵੇਂ ਕੱਪੜੇ ਪਾ ਲਏ, ਆਪਣੇ ਗਲ 'ਚ ਮਾਲਾ ਪਾ ਲਈਆਂ, ਇੱਕ ਕਮੰਡਲ ਹੱਥ 'ਚ ਫੜ ਲਿਆ, ਇੱਕ ਛੋਟਾ ਜਿਹਾ ਸੋਟਾ ਫੜ ਲਿਆ, ਤਿਲਕ ਵਗੈਰਾ ਲਾ ਕੇ, ਤੇ ਨਾਲ ਉਹਦੀ ਮਾਂ ਨੇ ਇੱਕ ਪਿੰਨੀਆਂ ਦਾ ਪੀਪਾ ਬਣਾ ਤਾ। ਉਹ ਪਿੰਨੀਆਂ ਦਾ ਪੀਪਾ ਜਿਹੜਾ ਸੀਗਾ ਲੈ ਕੇ ਤੇ ਅੱਧੀ ਰਾਤ ਨੂੰ ਉਸ ਚੌਂਕ ਦੇ ਤੇ ਚਲਾ ਗਿਆ। ਉੱਥੇ ਜਾ ਕੇ ਉਹਨੂੰ ਇੱਕ ਟੋਆ ਪੱਟਿਆ, ਟੋਆ ਪੱਟ ਕੇ ਜਿਹੜਾ ਸੀ ਉੱਤੇ ਆਸਣ ਵਿਛਾ ਕੇ ਤੇ ਉੱਤੇ ਚੌਂਕੜਾ ਮਾਰ ਕੇ ਬੈਠ ਗਿਆ। ਜਦ ਚੌਂਕੜਾ ਬੈਠ ਕੇ ਬੈਠਾ ਤੇ ਉਸ ਤੋਂ ਬਾਅਦ ਫਿਰ ਉਹਨੇ ਨਾ ਅੱਖਾਂ ਮੀਟ ਕੇ ਰਾਮ ਰਾਮ ਜਪਣਾ ਸ਼ੁਰੂ ਕਰਤਾ। ਜਦ ਰਾਮ ਰਾਮ ਜਪਣਾ ਸ਼ੁਰੂ ਕਰਤਾ, ਜਦ ਦਿਨ ਚੜ੍ਹਿਆ, ਹੁਣ ਚੌਂਕ ਸੀਗਾ, ਲੋਕੀ ਆਪਣੇ ਕੰਮਾਂ ਕਾਰਾਂ ਵੱਲ ਨਿਕਲੇ, ਉਹਨੇ ਦੇਖਿਆ ਕੋਈ ਸਾਧੂ ਜਿਹੜਾ ਹੈਗਾ ਉਹ ਬਿਲਕੁਲ ਛੋਟੀ ਜਿਹੀ ਉਮਰ ਦਾ ਇੱਥੇ ਆ ਕੇ ਬੈਠ ਗਿਆ, ਭਜਨ ਬੰਦਗੀ ਕਰਦਾ ਹੈਗਾ। 2-4 ਦਿਨ ਤਾਂ ਲੋਕਾਂ ਨੇ ਜਿਹੜੀ ਉਹ ਸਾਧੂ ਨੂੰ ਦੇਖਿਆ ਨਹੀਂ, ਉਹਦੀ ਪਰਵਾਹ ਨਹੀਂ ਕੀਤੀ, ਪਰ ਹੌਲੀ ਹੌਲੀ ਜਿਹੜੇ ਲੋਕੀ ਉੱਥੋਂ ਰੋਜ਼ ਦੇ ਆਉਣ ਜਾਣ ਵਾਲੇ ਸੀ ਉਹਨੇ ਦੇਖਿਆ ਵੀ ਇਹਨੂੰ 2-4 ਦਿਨ ਬੈਠੇ ਨੂੰ ਹੋ ਗਏ ਆ, ਇਸ ਤਰ੍ਹਾਂ ਬੈਠਾ ਚੌਂਕੜਾ ਮਾਰ ਕੇ ਚੰਗੀ ਜਾਣੀ ਵੱਡੀ ਸਮਾਧੀ ਲਾ ਕੇ ਬੈਠਾ ਹੈਗਾ। ਸਭ ਦੇ ਮਨ ਦੇ ਵਿੱਚ ਹੋਈ ਵੀ ਇਹ ਸਾਧੂ ਵਿੱਚ ਕੋਈ ਜ਼ਰੂਰ ਕੋਈ ਨਾ ਕੋਈ ਕਰਾਮਾਤ ਹੈਗੀ, ਸ਼ਕਤੀ ਹੈਗੀ, ਤਦੇ ਤਾਂ 2-4 ਦਿਨ ਹੋ ਗਏ ਇਹਨੂੰ ਲਗਾਤਾਰ ਬੈਠਿਆਂ। ਇੱਥੋਂ ਤੱਕ ਕਈਆਂ ਨੇ ਹੈ ਨਾ ਉਸ ਨੂੰ ਜਾ ਕੇ ਨਮਸਕਾਰਾਂ ਮੱਥੇ ਟੇਕਣੇ ਵੀ ਸ਼ੁਰੂ ਕਰ ਦਿੱਤੇ, ਅਤੇ ਕਈਆਂ ਨੇ ਲਿਆ ਕੇ ਬਹੁਤ ਸਾਰੇ ਪਦਾਰਥ ਜਿਹੜੇ ਸੀਗੇ ਉਹ ਵੀ ਰੱਖਣੇ ਸ਼ੁਰੂ ਕਰਤੇ। ਜਦ ਪਦਾਰਥ ਰੱਖਣੇ ਸ਼ੁਰੂ ਕਰ ਦਿੱਤੇ, ਉਹ ਲੜਕਾ ਆਪਣੀ ਧੁਨ 'ਚ ਇਸ ਤਰ੍ਹਾਂ ਦਾ ਰਿਹਾ, ਉਹਨੇ ਅੱਖਾਂ ਮੀਟ ਛੱਡਣੀਆਂ, ਉਹਨੇ ਅੱਖ ਨਹੀਂ ਖੋਲ੍ਹਣੀ, ਬਸ ਰਾਮ ਰਾਮ ਕਰੀ ਜਾਣਾ, ਅਤੇ ਨਾ ਕਿਸੇ ਪਦਾਰਥ ਵੱਲ ਦੇਖਣਾ ਨਾ ਲੋਕਾਂ ਵੱਲ ਦੇਖਣਾ, ਬਸ ਮਨ ਦੇ ਵਿੱਚ ਇਹ ਭਾਵਨਾ ਰੱਖਣੀ ਹੈ ਵੀ ਜਿਹੜੀ ਰਾਣੀ ਕਦ ਆਉਂਦੀ ਹੈ ਅਤੇ ਕਦ ਮੇਰੇ ਨਾਲ ਆ ਕੇ ਗੱਲਬਾਤ ਕਰਦੀ ਹੈ। ਦੇਖੋ
ਕਰਦੇ ਕਰਦੇ ਇਹ ਜਿਹੜੀ ਖਬਰ ਸੀ ਹੌਲੀ ਹੌਲੀ ਰਾਜੇ ਦੇ ਮਹਿਲ ਤੱਕ ਵੀ ਪਹੁੰਚ ਗਈ। ਰਾਜੇ ਨੂੰ ਜਿਹੜੇ ਸੀਗੇ ਉੱਥੇ ਦੇ ਲੋਕਾਂ ਨੇ ਦੱਸਿਆ ਵੀ ਕੋਈ ਸਾਧੂ ਆ ਕੇ ਨਾ ਚੌਂਕ 'ਚ ਬੈਠਾ ਹੈਗਾ, ਉਹ ਕੋਈ ਖਾਂਦਾ ਪੀਂਦਾ ਨਹੀਂ, ਭਗਵੇਂ ਕੱਪੜੇ ਪਾਏ ਆ, ਮੀਂਹ ਜਾਵੇ ਹਨੇਰੀ ਜਾਵੇ ਉਹਦੇ ਵਿੱਚ ਹੀ ਚੌਂਕੜਾ ਲਾ ਕੇ ਬੈਠਾ ਹੈ। ਕੋਈ ਵੀ ਉਹਦੇ ਮੂਹਰੇ ਪਦਾਰਥ ਰੱਖ ਦੇਵੇ, ਕੋਈ ਰੱਖ ਦੇ ਨਾ, ਉਹ ਖਾਂਦਾ ਨਾ ਪੀਂਦਾ ਹੈਗਾ, ਅਤੇ ਇਸ ਤਰ੍ਹਾਂ ਆਪਣੀਆਂ ਲਿਵ ਦੇ ਵਿੱਚ ਰਾਮ ਰਾਮ ਜਪੀ ਜਾਂਦਾ ਹੈਗਾ। ਜਦ ਰਾਜੇ ਨੇ ਇਹ ਗੱਲ ਸੁਣੀ ਆ, ਰਾਜੇ ਦੇ ਮਨ 'ਚ ਆਇਆ ਕਿ ਇਹੋ ਜਿਹੇ ਸਾਧੂ ਦੇ ਦਰਸ਼ਨ ਕਰਨੇ ਚਾਹੀਦੇ ਆ। ਦੇਖੋ ਉਸ ਟਾਈਮ ਫਿਰ ਰਾਜਾ ਆਪਣੇ ਖਾਸ ਜਿਹੜੇ ਅਹਿਲਕਾਰ ਸੀ ਉਹਨਾਂ ਨੂੰ ਲੈ ਕੇ ਨੰਗੇ ਪੈਰੀਂ ਕਈ ਭਟਾਵਾਂ ਲੈ ਕੇ ਜਦ ਪਹੁੰਚਾ, ਉਹਨੇ ਦੇਖਿਆ ਕਿ ਵਾਕਿਆ ਹੀ ਇਸ ਚੌਂਕ ਦੇ ਉੱਤੇ ਕੋਈ ਸਾਧੂ ਬੜੀ ਛੋਟੀ ਜਿਹੀ ਉਮਰ ਦਾ ਲੜਕਾ ਕੋਈ ਬੈਠਾ ਹੈਗਾ ਅਤੇ ਉਹ ਰਾਮ ਰਾਮ ਜਪ ਰਿਹਾ ਹੈਗਾ। ਰਾਜੇ ਨੇ ਜਾ ਕੇ ਕੀ ਕੀਤਾ, ਸਾਰੀਆਂ ਭਟਾਵਾਂ ਰੱਖ ਕੇ ਜਦ ਮੱਥਾ ਟੇਕਿਆ, ਉਹ ਲੜਕੇ ਨੇ ਕੋਈ ਅੱਖ ਨਹੀਂ ਖੋਲ੍ਹੀ, ਬਸ ਰਾਮ ਰਾਮ ਜਪੀ ਜਾਵੇ। ਅਤੇ ਨਾ ਰਾਜੇ ਦੀਆਂ ਜਿਹੜੀਆਂ ਬਹੁਤ ਕੀਮਤੀ ਭਟਾਵਾਂ ਸੀ ਉਹਨਾਂ ਨੂੰ ਦੇਖਿਆ। ਜਦ ਉਹਨਾਂ ਭਟਾਵਾਂ ਵੱਲ ਨਹੀਂ ਦੇਖਿਆ ਅਤੇ ਰਾਜੇ ਦੇ ਮਨ ਦੇ ਵਿੱਚ ਆ ਗਿਆ, ਵਾਕਿਆ ਹੀ ਇਹ ਸਾਧੂ ਐਸਾ ਹੈਗਾ ਜਿਹੜਾ ਕਿਸੇ ਵੀ ਪਦਾਰਥਾਂ ਤੋਂ ਨਿਰਲੇਪ ਰਹਿੰਦਾ ਹੈ, ਲੱਗਦਾ ਪੌਣਾ ਹਰੀ ਕੋਈ ਸਾਧੂ ਹੈਗਾ ਅਤੇ ਕੋਈ ਚੀਜ਼ ਛਕਦਾ ਨਹੀਂ ਹੈਗਾ। ਹੁਣ ਰਾਜੇ ਦੇ ਮਨ ਦੇ ਵਿੱਚ ਇਹ ਨਹੀਂ ਸੀ ਹੈਗਾ ਕਿ ਇਹ ਜਿਹੜਾ ਲੜਕਾ ਹੈਗਾ ਤੇਰੀ ਹੀ ਰਾਣੀ ਦੇ ਇਸ਼ਕ ਦੇ ਵਿੱਚ, ਪਿਆਰ ਦੇ ਵਿੱਚ ਪਾਗਲ ਹੋਇਆ, ਇਹ ਸਾਰਾ ਡਰਾਮਾ ਰਚ ਰਿਹਾ ਹੈਗਾ। ਖੈਰ ਰਾਜਾ ਜਿਹੜਾ ਸੀਗਾ ਉਹ ਮੱਥਾ ਟੇਕ ਕੇ ਬੈਠ ਕੇ ਜਿਹੜਾ ਸੀਗਾ ਉੱਥੋਂ ਚਲਿਆ ਗਿਆ। ਅਤੇ ਉਹ ਤੋਂ ਬਾਅਦ ਫਿਰ ਰਾਜੇ ਨੇ ਜਦ ਇਸ ਰਾਣੀ ਦੇ ਮਹਿਲ 'ਚ ਆਇਆ ਅਤੇ ਰਾਣੀ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਕਿੱਥੋਂ ਆਏ ਆ? ਅਤੇ ਫਿਰ ਉਹ ਰਾਜੇ ਨੇ ਦੱਸਿਆ ਕਿ ਮੈਂ ਆਪਣੇ ਇੱਕ ਇਲਾਕੇ ਦੇ ਵਿੱਚ ਇੱਕ ਬਹੁਤ ਛੋਟਾ ਜਿਹੜਾ ਹੈਗਾ ਕੋਈ ਸਾਧੂ ਆਇਆ ਹੋਇਆ ਹੈ। ਉਹ ਸਾਧੂ ਜਿਹੜਾ ਉਹ ਬੈਠਾ ਰਾਮ 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 ਜਪੀ ਜਾਂਦਾ ਹੈਗਾ, ਅਤੇ ਪਰ ਕਿਸੇ ਪਦਾਰਥ ਵੱਲ ਨਹੀਂ ਦੇਖਦਾ, ਮੈਨੂੰ ਲੱਗਦਾ ਹੈ ਕਿ ਬਹੁਤ ਪਹੁੰਚ ਦਾ ਮਾਲਕ ਹੈਗਾ। ਜਦ ਰਾਜੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਅਤੇ ਰਾਣੀ ਕਹਿਣ ਲੱਗੀ ਵੀ ਤੁਸੀਂ ਤਾਂ ਸਾਧੂ ਸੰਤਾਂ ਦੀ ਸੰਗਤ ਦੇ ਜਿਹੜੇ ਅੱਗੇ ਹੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹੋ, ਅਤੇ ਇਸ ਕਰਕੇ ਤੁਹਾਡੀ ਕਿਸਮਤ ਚੰਗੀ ਹੈ ਕਿ ਤੁਸੀਂ ਉਸ ਸਾਧੂ ਦੇ ਦਰਸ਼ਨ ਕੀਤੇ ਆ। ਮੈਂ ਭਾਗੀ ਹਾਂ ਜਿਹੜੀ ਇਸ ਰਾਜ ਮਹਿਲ ਦੇ ਵਿੱਚ ਬੈਠੀ ਹਾਂ। ਜਦ ਇਹ ਗੱਲ ਰਾਣੀ ਨੇ ਰਾਜੇ ਨਾਲ ਸਾਂਝੀ ਕੀਤੀ ਤਾਂ ਰਾਜਾ ਕਹਿਣ ਲੱਗਾ ਵੀ ਤੂੰ ਭਾਗੀ ਕਿਉਂ ਹੈ? ਤੂੰ ਵੀ ਇਸ ਤਰ੍ਹਾਂ ਕਰ, ਸਵੇਰੇ ਚਲੀ ਜਾ ਆਪਣੀਆਂ ਸਖੀਆਂ ਦੇ ਨਾਲ, ਗੋਲੀਆਂ ਦੇ ਨਾਲ ਚਲੀ ਜਾ ਅਤੇ ਉਹ ਸਾਧੂ ਦੇ ਜਾ ਕੇ ਦਰਸ਼ਨ ਕਰਿਆ। ਬਸ ਜਦ ਇੰਨੀ ਗੱਲ ਹੋਈ, ਰਾਣੀ ਤਾਂ ਅੰਦਰੋਂ ਚਾਹੁੰਦੀ ਸੀਗੀ, ਕਿਉਂਕਿ ਇਹ ਸਾਰਾ ਜੋ ਡਰਾਮਾ ਸੀਗਾ ਇਹ ਰਾਣੀ ਨੇ ਜਿਹੜਾ ਸੀਗਾ ਉਹ ਉਸ ਲੜਕੇ ਦੇ ਨਾਲ, ਉਹਦੀ ਮਾਂ ਦੇ ਨਾਲ ਰਲ ਕੇ ਜਿਹੜਾ ਸੀਗਾ ਉਹ ਕੀਤਾ ਸੀਗਾ। ਉਹ ਰਾਜਾ ਤਾਂ ਰਾਤ ਨੂੰ ਚਲੇ ਗਿਆ। ਹੁਣ ਰਾਜੇ ਵੱਲੋਂ ਹੁਕਮ ਰਾਣੀ ਨੂੰ ਮਿਲ ਗਿਆ। ਰਾਣੀ ਨੇ ਕੀਤਾ ਆਪਣੀਆਂ ਸਖੀਆਂ, ਗੋਲੀਆਂ ਅਤੇ ਹੋਰ ਨਾਲ ਜਿਹੜੀਆਂ ਬੀਬੀਆਂ ਸੀਗੀਆਂ ਲੈ ਕੇ ਜਦ ਉਸ ਲੜਕੇ ਦੇ ਕੋਲ ਪਹੁੰਚੀ ਆ, ਉਹਨੇ ਕੀ ਦੇਖਿਆ, ਵਾਕਿਆ ਚੌਂਕ 'ਤੇ ਮੇਲਾ ਲੱਗਾ ਹੋਇਆ, ਬਹੁਤ ਸਾਰੀ ਸੰਗਤ ਬੈਠੀ, ਬੜੀਆਂ ਭਟਾਵਾਂ ਰੱਖੀਆਂ ਹੈਗੀਆਂ। ਅਤੇ ਉਹ ਰਾਣੀ ਨੇ ਕੀ ਕੀਤਾ, ਜਿਹੜੀਆਂ ਬਾਕੀ ਸਾਰੀ ਸੰਗਤ ਸੀ ਉਹਨੂੰ ਕਹਿ ਦਿੱਤਾ ਹੈਗਾ ਵੀ ਤੁਸੀਂ ਇਸ ਤਰ੍ਹਾਂ ਕਰੋ ਕਿ ਮੈਨੂੰ ਇਸ ਜਿਹੜਾ ਸਾਧੂ ਹੈਗਾ ਇਹਦੇ ਨਾਲ ਇਕੱਲੇ ਨਾਲ ਗੱਲਬਾਤ ਕਰਨੀ, ਇਸ ਕਰਕੇ ਸਾਰੀ ਸੰਗਤ ਜਿਹੜੀ ਹੈ ਇੱਥੋਂ ਉੱਠ ਕੇ ਪਿੱਛੇ ਹੋ ਜਾਵੇ। ਦੇਖੋ ਰਾਣੀ ਦੀ ਹਦਾਇਤ ਦੇ ਉੱਤੇ ਜਿੰਨੀ ਸੰਗਤ ਬੈਠੀ ਸੀਗੀ ਸਾਰੀ ਉੱਠ ਕੇ ਇੱਕ ਪਾਸੇ ਚਲੇ ਗਏ। ਅਤੇ ਰਾਣੀ ਨੇ ਕੀ ਕੀਤਾ, ਆਪਣੇ ਨਾਲ ਦੀਆਂ ਜਿਹੜੀਆਂ ਗੋਲੀਆਂ ਸੀ ਉਹਨਾਂ ਨੂੰ ਵੀ ਰੋਕ ਦਿੱਤਾ ਵੀ ਤੁਸੀਂ ਪਿੱਛੇ ਬੈਠ ਜਾਓ, ਮੈਂ ਇਸੇ ਮਹਾਤਮਾ ਦੇ ਨਾਲ ਕੋਈ ਖਾਸ ਗੱਲ ਕਰਨੀ ਆ। ਦੇਖੋ ਜਦੋਂ ਰਾਣੀ ਗਈ ਆ, ਉਹਨੇ ਜਾ ਕੇ ਉਸੇ ਹੀ ਢੰਗ ਦੇ ਨਾਲ ਉਸਨੂੰ ਮੱਥਾ ਟੇਕਿਆ। ਮੱਥਾ ਟੇਕ ਕੇ ਫਿਰ ਹੌਲੀ ਦਿਨ ਨੂੰ ਕਹਿੰਦੀ ਬਈ ਅੱਖਾਂ ਖੋਲ੍ਹ, ਮੈਂ ਆ ਗਈ ਹਾਂ। ਜਦ ਇੰਨੀ ਗੱਲ ਹੋਈ, ਉਹ ਲੜਕਾ ਜਿਹੜਾ ਸੀ ਅੱਖਾਂ ਮਿਟ ਕੇ ਰਾਮ ਰਾਮ ਕਰ ਰਿਹਾ ਸੀ ਰਾਣੀ ਦੇ ਕਹਿਣ ਦੇ ਉੱਤੇ, ਉਹਨੇ ਕੋਈ ਅੱਖ ਨਹੀਂ ਖੋਲ੍ਹੀ। ਫਿਰ ਉਹ ਰਾਣੀ ਕਹਿਣ ਲੱਗੀ, ਕਹਿੰਦੀ ਵੀ ਅੱਖਾਂ ਖੋਲ੍ਹ, ਮੈਂ ਉਹੀ ਰਾਣੀ ਹਾਂ ਜਿਹਦੇ ਕਰਕੇ ਤੈਨੂੰ ਆ ਸਾਰਾ ਕੁਛ ਤੈਨੂੰ ਮੈਂ ਦੱਸਿਆ ਹੈਗਾ ਕਿ ਕਿਵੇਂ ਰਾਮ ਰਾਮ ਜਪਣਾ ਹੈਗਾ, ਅਤੇ ਮੈਂ ਆਪਣੀ ਚਾਲ ਦੇ ਵਿੱਚ ਕਾਮਯਾਬ ਹੋ ਗਈ ਹਾਂ ਅਤੇ ਰਾਜੇ ਨੇ ਮੈਨੂੰ ਤੇਰੇ ਕੋਲ ਭੇਜ ਦਿੱਤਾ ਹੈਗਾ। ਜਦ ਇਹ ਗੱਲ ਹੋਈ ਤਾਂ ਲੜਕੇ ਨੇ ਫਿਰ ਵੀ ਅੱਖਾਂ ਨਹੀਂ ਖੋਲ੍ਹੀਆਂ ਅਤੇ ਉਹ ਮੂੰਹ ਦੇ ਵਿੱਚ ਰਾਮ 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 ਕਰੀ ਰਿਹਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਰਾਣੀ ਜਿਹੜੀ ਸੀਗੀ ਉਹਦੇ 2 ਵਾਰੀ ਕਹਿਣ 'ਤੇ ਜਦ ਉਹਨੇ ਅੱਖਾਂ ਨਹੀਂ ਖੋਲ੍ਹੀਆਂ ਤਾਂ ਰਾਣੀ ਨੂੰ ਕਹਿਣ ਲੱਗੀ, ਕਹਿੰਦੀ ਛੇਤੀ ਕਰ, ਮੈਂ ਤੇਰੇ ਨਾਲ ਗੱਲ ਕਰਨ ਆਈ ਹਾਂ, ਕੀ ਤੂੰ ਮੈਨੂੰ ਕਹਿਣਾ ਚਾਹੁੰਦਾ ਹੈ? ਮੇਰੇ ਨਾਲ ਗੱਲ ਸਾਂਝੀ ਹੁਣ ਕਰ ਸਕਦਾ ਹੈਗਾ, ਹੁਣ ਮੌਕਾ ਹੈ। ਜਦ ਰਾਣੀ ਨੇ ਉਸ ਲੜਕੇ ਨੂੰ ਕਿਹਾ ਤਾਂ ਲੜਕੇ ਨੇ ਫਿਰ ਵੀ ਅੱਖਾਂ ਨਹੀਂ ਖੋਲ੍ਹੀਆਂ। ਜਦ ਅੱਖਾਂ ਨੇ ਖੋਲ੍ਹੀਆਂ, ਮੂੰਹ ਵਿੱਚ ਉਸੇ ਤਰ੍ਹਾਂ ਰਾਮ ਰਾਮ ਕਰੀ ਗਿਆ। ਅਤੇ ਇਹ ਦੇਖ ਕੇ ਰਾਣੀ ਦੇ ਅੰਦਰ ਫਿਰ ਕ੍ਰੋਧ ਆ ਗਿਆ। ਜਦ ਰਾਣੀ ਦੇ ਕ੍ਰੋਧ ਆ ਗਿਆ ਤਾਂ ਉਹਨੂੰ ਕਹਿਣ ਲੱਗੀ, ਕਹਿੰਦੀ ਅਗਰ ਤੂੰ ਮੇਰੇ ਨਾਲ ਗੱਲਬਾਤ ਕਰਨੀ ਤਾਂ ਠੀਕ ਹੈ, ਅਗਰ ਤੂੰ ਮੇਰੇ ਨਾਲ ਗੱਲਬਾਤ ਨਹੀਂ ਕਰਨੀ ਤਾਂ ਮੈਂ ਤੇਰਾ ਸਾਰਾ ਪਖੰਡ ਇਸੇ ਹੀ ਚੌਂਕ ਦੇ ਵਿੱਚ ਹੁਣੇ ਸਾਰਿਆਂ ਸਾਹਮਣੇ ਜਿਹੜੇ ਸੀ ਉਹ ਖੋਲ੍ਹ ਦਊਂਗੀ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਉਹ ਜਿਹੜਾ ਲੜਕਾ ਸੀਗਾ ਉੱਠਿਆ, ਪਰ ਉਹਨੇ ਅੱਖਾਂ ਨਹੀਂ ਖੋਲ੍ਹੀਆਂ ਅਤੇ ਉਹ ਜਿਹੜੀ ਰਾਣੀ ਸੀ ਉਹਦੇ ਪੈਰਾਂ ਦੇ ਉੱਤੇ ਡਿੱਗ ਪਿਆ। ਜਦ ਪੈਰਾਂ 'ਤੇ ਡਿੱਗਿਆ, ਉਹ ਰਾਣੀ ਹੱਕੀ ਬੱਕੀ ਹੋ ਗਈ ਅਤੇ ਲੜਕਾ ਕਹਿਣ ਲੱਗਾ, ਕਹਿੰਦਾ ਮਾਤਾ ਅੱਜ ਮੇਰੇ ਧਨ ਭਾਗ ਹੈਗੇ ਆ ਕਿ ਤੂੰ ਮੈਨੂੰ ਆ ਕੇ ਦਰਸ਼ਨ ਦਿੱਤੇ ਆ। ਜਦ ਉਸ ਰਾਣੀ ਨੇ ਉਸ ਲੜਕੇ ਦੇ ਮੂੰਹ ਤੋਂ ਮਾਤਾ ਦਾ ਲਫ਼ਜ਼ ਸੁਣਿਆ, ਉਹ ਹੱਕੀ ਬੱਕੀ ਹੋ ਗਈ। ਉਹ ਕਹਿਣ ਲੱਗੀ ਕਿ ਮੈਂ ਤੇਰੀ ਮਾਤਾ ਕਿਵੇਂ ਲੱਗੀ, ਅਤੇ ਤੂੰ ਇਹ ਸਾਰਾ ਜਿਹੜਾ ਡਰਾਮਾ ਸੀਗਾ ਤੂੰ ਇਹ ਮਾਤਾ ਕਰਕੇ ਕੀਤਾ ਸੀਗਾ ਕਿ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਕੀਤਾ ਸੀ? ਫਿਰ ਉਹ ਲੜਕਾ ਜਿਹਨੇ ਅੱਖਾਂ ਤੱਕ ਨਹੀਂ ਸੀ ਖੋਲ੍ਹੀਆਂ, ਉਹ ਰਾਣੀ ਨੂੰ ਕਹਿਣ ਲੱਗਾ, ਕਹਿੰਦਾ ਨਹੀਂ, ਕੀਤਾ ਤਾਂ ਮੈਂ ਤੇਰੇ ਵਾਸਤੇ ਸੀਗਾ, ਪਰ
ਰਾਮ 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 ਅੱਖਰ ਦੇ ਵਿੱਚ ਇੰਨੀ ਸ਼ਕਤੀ ਹੈ, ਇੰਨੀ ਤਾਕਤ ਹੈਗੀ ਆ ਕਿ ਮੈਨੂੰ ਹੁਣ ਉਹ ਜਿਹੜਾ ਸਾਰਾ ਡਰਾਮਾ ਸੀਗਾ ਸਾਰਾ ਕੁਝ ਭੁੱਲ ਚੁੱਕਾ ਹੈਗਾ। ਤਾਂ ਮੈਂ ਹੁਣ ਐਸੇ ਆਨੰਦ ਮਗਨ ਦੇ ਵਿੱਚ ਚਲੇ ਗਿਆ ਹੈਗਾ ਕਿ ਜਿਹੜੇ ਵਰਗਾ ਆਨੰਦ ਜਿਹੜਾ ਹੈ ਨਾ ਦੁਨੀਆ ਦੇ ਕਿਸੇ ਵੀ ਰਸ ਪਦਾਰਥਾਂ ਵਿੱਚ ਨਹੀਂ ਆ। ਇਸ ਕਰਕੇ ਜਿਹੜਾ ਹੈਗਾ ਇਹ ਸਾਰਾ ਕੁਛ ਇਹ ਤੇਰੀ ਕਿਰਪਾ ਦੇ ਨਾਲ ਹੀ ਉਪਲਬਧ ਹੋਇਆ ਹੈਗਾ। ਜਦ ਇਹ ਗੱਲ ਹੋਈ ਤਾਂ ਰਾਣੀ ਕਹਿਣ ਲੱਗੀ, ਕਹਿੰਦੀ ਵੀ ਤੂੰ ਮੇਰੇ ਨਾਲ ਧੋਖਾ ਕੀਤਾ ਹੈਗਾ, ਤੂੰ ਜੋ ਗੱਲ ਮਨ 'ਚ ਕਰਨੀ ਸੀ ਤੂੰ ਮੇਰੇ ਨਾਲ ਕਰਦਾ ਨਹੀਂ, ਇਸ ਕਰਕੇ ਮੈਂ ਜਾ ਰਹੀ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਲੜਕੇ ਨੇ ਰਾਣੀ ਦੇ ਪੈਰ ਫੜ ਕੇ ਕਹਿਣ ਲੱਗੇ, ਕਹਿੰਦੇ ਵੀ ਤੂੰ ਮੇਰੀ ਮਾਤਾ ਨਹੀਂ, ਤੂੰ ਮੇਰੀ ਗੁਰੂ ਮਾਤਾ ਹੈਗੀ ਆ, ਜਿਹਨੇ ਮੈਨੂੰ ਰਾਮ ਰਾਮ ਦੇ ਸ਼ਬਦ ਦੇ ਨਾਲ ਮਿਲਾ ਦਿੱਤਾ ਹੈਗਾ। ਅਤੇ ਮੇਰੀ ਜਿਹੜੀ ਕੁੱਲ ਵਾ ਮੇਰੀ ਸਾਰਾ ਜੀਵਨ ਜੋ ਵੀ ਕੁਛ ਆ ਨਾ ਉਹ ਸਾਰਿਆਂ ਦੀ ਕਾਇਆ ਪਲਟ ਕੇ ਰੱਖ ਦਿੱਤੀ ਹੈ। ਜਦ ਇਹ ਬਚਨ ਉਸ ਲੜਕੇ ਨੇ ਉਸ ਰਾਣੀ ਨੂੰ ਆਖਿਆ ਸੀ ਤਾਂ ਰਾਣੀ ਜਿਹੜੀ ਦੇਖ ਕੇ ਹੱਕੀ ਬੱਕੀ ਹੋਈ ਸੀ। ਤਾਂ ਫਿਰ ਉਹ ਲੜਕੇ ਨੇ ਕਿਹਾ ਸੀਗਾ ਕਿ ਤੂੰ ਅੱਜ ਤੋਂ ਬਾਅਦ ਮੇਰੀ ਗੁਰੂ ਮਾਤਾ ਹੈਗੀ ਆ, ਮੈਂ ਤੇਰੇ ਕਰਕੇ ਹੀ ਇਸ ਮਹਾਰਸ ਦੇ ਸਾਗਰ ਦੇ ਸਮੁੰਦਰ ਦੇ ਵਿੱਚ ਪਹੁੰਚਾ। ਅਸਲ ਦੇ ਵਿੱਚ ਮੈਨੂੰ ਹੁਣ ਪਤਾ ਲੱਗਾ ਹੈਗਾ ਕਿ ਦੁਨੀਆ ਦੇ ਸਾਰੇ ਰੰਗ ਤਮਾਸ਼ੇ ਜੋ ਵੀ ਕੋਈ ਅਡੰਬਰ ਹੈਗੇ ਸਭ ਝੂਠ ਹੈ। ਅਗਰ ਸੱਚ ਹੈ ਤਾਂ ਇੱਕੋ ਇੱਕ ਚੀਜ਼ ਹੈ, ਉਹ ਹੈ ਕੇਵਲ ਰਾਮ ਰਾਮ, ਕਿਉਂਕਿ ਰਾਮ ਲਫ਼ਜ਼ ਜਿਹੜਾ ਹੈਗਾ ਤੂੰ ਹੀ ਮੈਨੂੰ ਮੇਰੀ ਮਾਤਾ ਦੇ ਥਰੂ ਮੇਰੇ ਤੱਕ ਪਹੁੰਚਾਇਆ ਹੈਗਾ। ਇਸ ਕਰਕੇ ਇਹ ਜਿਹੜਾ ਰਾਮ ਸ਼ਬਦ ਹੈਗਾ ਇਹ ਹੁਣ ਦਾ ਲੜ ਮੈਂ ਹੁਣ ਜ਼ਿੰਦਗੀ 'ਚ ਕਦੀ ਨਹੀਂ ਛੱਡੂੰਗਾ। ਜਦ ਇਹ ਜਿਹੜੀ ਗੱਲਬਾਤ ਸੀ ਉਸ ਲੜਕੇ ਨੇ ਉਸ ਰਾਣੀ ਦੇ ਨਾਲ ਕੀਤੀ ਸੀ ਤਾਂ ਰਾਣੀ ਦੇ ਮਨ ਦੇ ਵਿੱਚ ਵੀ ਸ਼ਰਧਾ ਜਿਹੜੀ ਸੀ ਉਸ ਦੇ ਵਿੱਚ ਜਿਹੜੀ ਸੀ ਬਣ ਗਈ ਸੀਗੀ। ਅਤੇ ਇਸ ਕਰਕੇ ਰਾਣੀ ਨੇ ਵੀ ਜਿਹੜੀ ਹੈ ਨਾ ਮਨ ਦੇ ਵਿੱਚ ਇਹ ਉਸ ਬੱਚੇ ਨੂੰ ਗੱਲ ਆਖ ਦਿੱਤੀ ਸੀ ਕਿ ਅਗਰ ਤੂੰ ਮੈਨੂੰ ਬਾਕੀ ਆਪਣੇ ਧਰਮ ਦੀ ਜਿਹੜੀ ਹੈਗੀ ਉਹ ਗੁਰੂ ਮਾਤਾ ਬਣਾਇਆ ਹੈਗਾ ਤਾਂ ਮੈਂ ਵੀ ਆਪਣੇ ਧਰਮ ਦੇ ਅਨੁਸਾਰ ਤੈਨੂੰ ਆਪਣਾ ਪੁੱਤਰ, ਤੈਨੂੰ ਆਪਣਾ ਸ਼ਾਗਿਰਦ ਦਾ ਜਿਹੜਾ ਹੈਗਾ ਉਹ ਸੀਸ ਦਿੰਦੀ ਹੈਗੀ ਆ। ਸੋ ਕਹਿਣ ਤੋਂ ਭਾਵ ਇਹ ਸੀਗਾ ਕਿ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਹੋਣਾ ਨੇ ਸੰਗਤ ਨੂੰ ਇਹ ਦੱਸਿਆ ਸੀਗਾ, ਕਹਿੰਦੇ ਦੇਖੋ ਭਾਈ ਜਿਹੜੇ ਸੱਜਣ ਨਾਮ ਜਪਦੇ ਆ, ਨਾਮ ਦੀ ਇੰਨੀ ਮਹਾਨਤਾ ਹੈਗੀ ਆ ਕਿ ਅਗਰ ਕੋਈ ਪਖੰਡ ਕਰਕੇ ਵੀ ਨਾਮ ਜਪੇ ਤਾਂ ਨਾਮ ਉਸ ਨੂੰ ਵੀ ਉਸੇ ਜਗ੍ਹਾ ਪਹੁੰਚਾ ਦਿੰਦਾ ਹੈਗਾ ਜਿੱਥੇ ਸੰਤ ਮਹਾਂਪੁਰਖ ਜਿਹੜੇ ਹੈਗਾ ਉਸ ਆਨੰਦਮਈ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਆ। ਅਤੇ ਮਹਾਂਪੁਰਖ ਕਹਿੰਦੇ ਸੀ ਕਿ ਅਗਰ ਕੋਈ ਪਖੰਡ ਨਾ ਜਪਿਆ, ਨਾਮ ਜਿਹੜਾ ਹੈਗਾ ਵਾਹਿਗੁਰੂ ਦੇ ਮਹਾਰਸ ਦੇ ਵਿੱਚ ਮਹਾਨੰਦ ਦੇ ਵਿੱਚ ਪਹੁੰਚਾ ਸਕਦਾ ਹੈਗਾ। ਅਤੇ ਜਿਹੜੇ ਗੁਰਸਿੱਖ ਇਸ ਪਖੰਡ ਨੂੰ ਛੱਡ ਕੇ ਹਕੀਕਤ ਦੇ ਵਿੱਚ ਉਸ ਪ੍ਰੇਮ ਦੇ ਵਿੱਚ ਵਾਹਿਗੁਰੂ ਨੂੰ ਯਾਦ ਕਰਦੇ ਆ ਭਾਈ, ਫਿਰ ਉਹਨਾਂ ਦੀ ਮਹਿਮਾ ਜਿਹੜੀ ਉਹ ਕਿੰਨੀ ਅਪਰੰਪਾਰ ਹੋ ਜਾਂਦੀ। ਸੋ ਇਹ ਕਥਾ ਜਿਹੜੀ ਸੀ ਇਹ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਹੋਣਾ ਨੇ ਸੰਗਤਾਂ ਨਾਲ ਸਾਂਝੀ ਕੀਤੀ ਸੀਗੀ। ਸੋ ਦਾਸ ਇੰਨੇ ਹੀ ਬਚਨ ਕਰਦਾ ਹੈ, ਖਿਮਾ ਦਾ ਜਾਚਕ ਹੈ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।